ਪਹਿਲੀ ਵੇਵ ਦੇ ਵਿੱਚ ਸਾਨੂੰ ਸਾਰਿਆਂ ਨੂੰ ਲੱਗਦਾ ਸੀ ਕਿ ਸਾਡੇ ਨੇੜੇ ਤੇੜੇ ਕਿਸੇ ਨੂੰ ਕਰੋਨਾ ਨਹੀਂ ਹੋਇਆ। ਹੁਣ ਸਾਡੇ ਨੇੜੇ ਤੇੜੇ ਸਾਡੇ ਜਾਣ ਪਛਾਣ ਵਾਲੇ ਬਹੁਤ ਸਾਰੇ ਲੋਕ ਆ ਜਿਹੜੇ ਕੋਵਿਡ-19 ਦਾ ਸ਼ਿਕਾਰ ਹੋ ਚੁੱਕੇ ਆ। ਤੁਸੀਂ ਵੀ ਜਾਣਦੇ ਹੋ। ਸਕੂਲ ਕਿਉਂ ਖੁੱਲ੍ਹੇ ਆ ਜੀ? ਫਿਰ ਸਾਨੂੰ ਕਿਉਂ ਬੰਦ ਕੀਤਾ? ਸਕੂਲ ਖੁੱਲ੍ਹੇ ਆ ਤਾਂ ਤੁਸੀਂ ਰੈਸਟੋਰੈਂਟ ਕਿਉਂ ਖੋਲ੍ਹੇ ਆ? ਰੈਸਟੋਰੈਂਟ ਖੋਲ੍ਹੇ ਆ ਤਾਂ ਫਲਾਣੀ ਚੀਜ਼ ਕਿਉਂ ਖੋਲ੍ਹੀ ਆ? ਸਾਨੂੰ ਬੰਦ ਕਿਉਂ ਕੀਤਾ ਜਾ ਰਿਹਾ? ਕੁਛ ਜਿਹੜੇ ਡਾਕਟਰਸ ਨੇ ਉਹ ਇਹ ਵੀ ਕਹਿ ਰਹੇ ਨੇ, ਜਾਂ ਜਿਹੜੇ ਤੁਸੀਂ ਕਿਸੇ ਹੋਰ ਭਾਈਚਾਰੇ ਦੇ ਬੰਦਿਆਂ ਨਾਲ ਗੱਲ ਕਰੋ, ਉਹ ਕਹਿੰਦੇ ਜਦੋਂ ਤੁਹਾਨੂੰ ਇਹ ਦੱਸਦੇ ਆ ਵੀ ਇਹਦਾ ਖਤਰਾ ਆ, ਲੋਕ ਹੱਸਦੇ ਆ, ਕਹਿੰਦੇ ਨਹੀਂ ਨਹੀਂ ਇਹ ਕੁਛ ਨਹੀਂ ਹੁੰਦਾ, ਐਵੇਂ ਹੀ ਆ, ਵੈਸੇ ਹੀ ਆ, ਕਰੋਨਾ ਹੀ ਆ, ਇਹ ਨਹੀਂ ਹੋਣਾ। ਇਹ ਜਿਹੜਾ ਐਟੀਟਿਊਡ ਆ ਇਹ ਨੁਕਸਾਨ ਕਰ ਰਿਹਾ। ਸਰੀ ਮੈਮੋਰੀਅਲ ਹਸਪਤਾਲ ਦੇ ਵਿੱਚ ਜਾ ਕੇ ਦੇਖ ਲਓ ਉੱਥੇ ਕੀ ਹਾਲਤ ਆ, ਕਿੰਨੇ ਕੁ ਮਰੀਜ਼ ਉੱਥੇ ਦਾਖਲ ਆ, ਔਰ ਕੀ ਉਹਨਾਂ ਦੀ ਹਾਲਤ ਆ ਤੇ ਕੀ ਉਹਨਾਂ ਦੇ ਘਰਦਿਆਂ ਦੀ ਹਾਲਤ ਆ, ਜਿਹੜੇ ਬੱਚੇ ਆ, ਬਜ਼ੁਰਗ ਆ। ਜਦ ਪਾਬੰਦੀ ਆ ਗੌਰਮੈਂਟ ਵੱਲੋਂ ਆ, ਹੈਲਥ ਵਾਲੇ ਸਾਨੂੰ ਦੱਸ ਰਹੇ ਆ, ਬਾਰ-ਬਾਰ ਰੋਜ਼ ਰਿਪੋਰਟ ਆਉਂਦੀ ਆ, ਉਹਦੇ ਬਾਵਜੂਦ ਵੀ ਅਸੀਂ ਫਿਰ ਵੀ ਮਾਸਕ ਤੋਂ ਬਿਨਾਂ ਵੀ ਜਾਂਦੇ ਆ। ਜੇ ਦੀਵੇ ਯਾਰ ਉਸੇ ਤਾਂ ਨਹੀਂ ਕਿਤੇ ਜਗਾ ਕੇ ਥੋੜ੍ਹਾ ਅਸੀਂ ਕੀ ਕਰ ਲੈਣਾ ਹੈ ਨਾ। ਤੁਸੀਂ ਇੱਕ ਦੀਵਾ ਘਰੇ 2 ਜਗਾ ਲਓ, ਜਿਹੜੇ ਜਗਾਉਣੇ ਉੱਥੇ ਗੁਰਦੁਆਰਾ ਸਾਹਿਬ ਉਸ ਦਿਨ ਰੋਕ ਲਓ, ਮੰਦਿਰ 'ਚ ਰੋਕ ਲਓ। ਇੰਨੀ ਆਪਣੀ ਵੇਵ ਚੱਲੀ ਸੀਗੀ, ਉਹ ਤੋਂ ਬਾਅਦ ਉਹ ਲੋਕੀ ਹੋਣ ਲੱਗ ਪਏ ਠੀਕ। ਫਿਰ ਮੁੜ ਕੇ ਇਹ ਆ ਗਿਆ ਦਿਮਾਗ ਦੇ ਵਿੱਚ ਵੀ ਇਹ ਤਾਂ ਬਜ਼ੁਰਗ ਹੀ ਯਾਰ, ਜਿੰਨੇ ਕੁ ਮਰੇ ਆ ਬੰਦੇ, ਬਾਕੀ ਤਾਂ ਬੜੇ ਸੋਹਣੇ 14 ਦਿਨ ਤੋਂ ਬਾਅਦ ਸਹੀ ਹੋਈ ਜਾਂਦੇ ਆ। ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ, ਹਾਜ਼ਰ ਹਾਂ ਅੱਜ ਇੱਕ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ, ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨ ਦੇ ਲਈ। ਅੱਜ ਅਸੀਂ ਕੋਵਿਡ-19 ਦੇ ਉੱਤੇ ਗੱਲਬਾਤ ਕਰਨੀ ਹੈ। ਬਹੁਤ ਸਾਰੀਆਂ ਅਸੀਂ ਕੋਵਿਡ-19 ਦੇ ਉੱਤੇ ਗੱਲਾਂ ਬਾਤਾਂ ਕਰਨੀਆਂ। ਅੱਜ ਅਸੀਂ ਜਿਸ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਹੈ, ਕੋਵਿਡ-19 ਤੇ ਕੈਨੇਡਾ ਵਿੱਚ ਵਸਦਾ ਸਾਊਥ ਏਸ਼ੀਅਨ ਭਾਈਚਾਰਾ, ਜਾਂ ਖਾਸ ਕਰ ਉਹਨਾਂ ਦੇ ਵਿੱਚੋਂ ਵੀ ਅਸੀਂ ਵਸਦੇ ਪੰਜਾਬੀ। 2-3 ਗੱਲਾਂ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਆਈਆਂ। ਦੀਵਾਲੀ ਦਾ ਤਿਉਹਾਰ ਲੰਘ ਕੇ ਗਿਆ, ਬੰਦੀ ਛੋੜ ਦਿਵਸ ਲੰਘ ਕੇ ਗਿਆ। ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਬਹੁਤ ਲੰਬੀਆਂ ਲੰਬੀਆਂ ਲਾਈਨਾਂ ਨਜ਼ਰ ਆਈਆਂ। ਬਹੁਤ ਸਾਰੀਆਂ ਹੋਰ ਧਾਰਮਿਕ ਸਥਾਨਾਂ ਦੇ ਉੱਤੇ ਇਸੇ ਤਰ੍ਹਾਂ ਮਠਿਆਈ ਦੀਆਂ ਦੁਕਾਨਾਂ ਦੇ ਉੱਤੇ, ਬਹੁਤ ਸਵੀਟ ਸ਼ਾਪਸ ਦੇ ਉੱਤੇ ਲੰਬੀਆਂ ਲਾਈਨ ਸੀਗੀਆਂ। 2 ਤਰ੍ਹਾਂ ਦੀਆਂ ਗੱਲਾਂ ਬਾਤਾਂ ਇਹ ਸਾਰੇ ਕੁਛ ਦੇ ਵਿੱਚੋਂ ਸਾਹਮਣੇ ਆਈਆਂ। ਇੱਕ ਗੱਲ ਤਾਂ ਇਹ ਕਿ ਜਿਹੜਾ ਪੰਜਾਬੀ ਭਾਈਚਾਰਾ ਜਾਂ ਸਾਊਥ ਏਸ਼ੀਅਨ ਭਾਈਚਾਰਾ ਆ, ਇਹ ਇਸ ਕੋਵਿਡ ਨੂੰ ਲੈ ਕੇ ਸੰਜੀਦਾ ਨਹੀਂ ਆ। ਹੈਲੋਵੀਨ ਦੇ ਉੱਤੇ ਡਾਊਨਟਾਊਨ ਵੈਨਕੂਵਰ ਦੇ ਵਿੱਚ ਜਿਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ, ਜਿਸ ਤਰ੍ਹਾਂ ਦਾ ਜੋ ਕੁਛ ਬਰੈਂਪਟਨ ਦੇ ਵਿੱਚ ਹੋਇਆ, 2-3 ਸਪਸ਼ਟ ਜਿਹੜੀ ਰਾਏ ਇਹਦੇ ਬਾਰੇ ਸਾਹਮਣੇ ਆ ਰਹੀਆਂ। ਪਹਿਲੀ ਗੱਲ ਇਹ ਕਹੀ ਜਾ ਰਹੀ ਆ ਕਿ ਸਾਊਥ ਏਸ਼ੀਅਨ ਭਾਈਚਾਰਾ ਇਸ ਗੱਲ ਨੂੰ ਲੈ ਕੇ ਸੰਜੀਦਾ ਨਹੀਂ ਆ, ਇਹਨਾਂ ਨੂੰ ਕੋਈ ਫਰਕ ਨਹੀਂ ਆ ਕਿ ਕੋਵਿਡ-19 ਹੈਗਾ ਜਾਂ ਨਹੀਂ ਹੈਗਾ। ਦੂਜੀ ਗੱਲ ਇਹ ਆ ਕਿ ਅਸਲ ਦੇ ਵਿੱਚ ਸਾਊਥ ਏਸ਼ੀਅਨ ਜਾਂ ਪੰਜਾਬੀ ਭਾਈਚਾਰੇ ਦੇ ਵਿੱਚ ਵੀ ਉਨੇ ਕੀ ਉਸ ਤਰ੍ਹਾਂ ਦੇ ਲੋਕ ਆ ਜਿੰਨੇ ਬਾਕੀ ਭਾਈਚਾਰਿਆਂ ਦੇ ਵਿੱਚ ਆ, ਜਿੰਨੇ ਕੁ ਪ੍ਰਵਾਹ ਕਰਦੇ ਆ ਜਾਂ ਜਿੰਨੇ ਕੁ ਪ੍ਰਵਾਹ ਨਹੀਂ ਕਰਦੇ। ਪਰ ਕਿਉਂਕਿ ਇਹਨਾਂ ਦੀ ਥੋੜ੍ਹੀ ਜਿਹੀ ਪਛਾਣ ਵੱਖਰੀ ਆ, ਇਹ ਹਰ ਕੰਮ ਦੇ ਵਿੱਚ ਦੂਰੋਂ ਪਛਾਣੇ ਜਾਂਦੇ ਆ, ਨੋਟਿਸ ਹੋ ਜਾਂਦੇ ਆ, ਇਸ ਕਰਕੇ ਇਹਨਾਂ ਬਾਰੇ ਇਹ ਰਾਏ ਬਣੀ ਆ। ਬੀਤੇ ਦਿਨਾਂ ਦੇ ਵਿੱਚ ਸਰੀ ਦੇ ਵਿੱਚ ਬਹੁਤ ਸਾਰਾ ਨੰਬਰ ਅਸੀਂ ਦੇਖਿਆ, ਜਿਹੜੇ ਮੈਪ ਸਾਡੇ ਸਾਹਮਣੇ ਆਏ ਆ, ਸਰੀ ਦਾ ਨੰਬਰ ਉਹਦੇ ਵਿੱਚ ਹਮੇਸ਼ਾ ਹੀ ਬਹੁਤ ਵੱਡਾ ਹੁੰਦਾ। ਬਾਕੀ ਜਿਹੜੇ ਛੋਟੇ ਛੋਟੇ ਸ਼ਹਿਰ ਆਪਣੇ ਆਲੇ ਦੁਆਲੇ, ਉਹਨਾਂ ਦਾ ਨੰਬਰ ਇੰਨਾ ਜ਼ਿਆਦਾ ਨਹੀਂ ਹੁੰਦਾ ਕੋਵਿਡ-19 ਦੇ ਕੇਸਿਸ ਦਾ। ਇਹਦੇ ਵਿੱਚ ਵੀ ਫਿਰ 2 ਰਾਵਾਂ ਸਾਹਮਣੇ ਆਈਆਂ ਕਿ ਜਿਹੜੇ ਵੈਨਕੂਵਰ ਦੇ ਨੰਬਰ ਆ, ਤੁਸੀਂ ਧਿਆਨ ਨਾਲ ਉਸ ਮੈਪ ਨੂੰ ਦੇਖੋ, ਉਹਨਾਂ ਨੇ ਇਕੱਲੇ ਇਕੱਲੇ ਦਿਖਾਇਆ ਹੁੰਦਾ। ਉਹ ਛੋਟੇ ਛੋਟੇ ਰੀਜਨਸ ਜਿਹੜੇ ਹੈਗੇ ਆ ਉਹ ਵੱਖਰੇ ਦਿਖਾਏ ਆ, ਅਤੇ ਸਰੀ ਦਾ ਨੰਬਰ ਉਹਨਾਂ ਨੇ ਕੰਬਾਈਨ ਕਰਕੇ ਦਿਖਾਇਆ। ਇਹਦੇ ਪਿੱਛੇ ਕੀ ਸਿਆਸਤ ਆ ਜਾਂ ਇਹਦਾ ਕਾਰਨ ਕੀ ਆ? ਸਾਨੂੰ ਇਹਦਾ ਕਾਰਨ ਨਹੀਂ ਪਤਾ। ਤੁਹਾਨੂੰ ਪਤਾ ਹੋਵੇ, ਫੇਸਬੁੱਕ ਦੇ ਉੱਤੇ ਤੁਸੀਂ ਇਸ ਵੇਲੇ ਅਸੀਂ ਲਾਈਵ ਹਾਂ, ਤੁਸੀਂ ਕਮੈਂਟ ਕਰ ਸਕਦੇ ਹੋ, ਆਪਣੀ ਰਾਏ ਦੇ ਸਕਦੇ ਹੋ ਇਹਦੇ ਪਿੱਛੇ ਕੀ ਕਾਰਨ ਲੱਗਦਾ। ਸਰੀ ਦੇ ਵੱਖ-ਵੱਖ ਜਿਹੜੇ ਹਿੱਸੇ ਆ ਉਹਨਾਂ ਦੇ ਨੰਬਰਾਂ ਨੂੰ ਜੋੜ ਕੇ ਦਿਖਾਉਣਾ। ਤੁਹਾਡੀ ਕੀ ਰਾਏ ਆ? ਤੁਹਾਨੂੰ ਕੀ ਲੱਗਦਾ ਕਿ ਅਸੀਂ ਸੱਚਮੁੱਚ ਇਹਦੇ ਬਾਰੇ ਸੰਜੀਦਾ ਨਹੀਂ ਆ, ਜਾਂ ਇਹ ਸਿਰਫ ਇੱਕ ਰਾਏ ਬਣਾਈ ਗਈ ਆ, ਜਾਂ ਅਸੀਂ ਆਪਣੇ ਆਪ ਹੀ ਆਪਣੀ ਬਦਨਾਮੀ ਆਪ ਕਰ ਰਹੇ ਹਾਂ, ਜਾਂ ਸਾਨੂੰ ਲੱਗੀ ਜਾਂਦਾ ਕਿ ਨਹੀਂ ਅਸੀਂ ਚੰਗੇ ਨਹੀਂ ਆ, ਬਾਕੀ ਸਾਰੇ ਬਹੁਤ ਚੰਗੇ ਆ, ਜਦੋਂ ਕਿ ਬਾਕੀ ਭਾਈਚਾਰਿਆਂ ਦੇ ਵਿੱਚ ਵੀ ਉਨੇ ਕੁ ਲੋਕ ਚੰਗੇ ਜਾਂ ਮਾੜੇ ਨੇ। ਦੂਜੀ ਗੱਲ, ਇਸ ਵੇਲੇ ਕੋਵਿਡ-19 ਬਾਰੇ ਇਹ ਚੱਲ ਰਹੀ ਆ, ਕਿਸੇ ਵਿਅਕਤੀ ਨੇ ਇਹ ਵੀ ਲਿਖਿਆ ਸੀ ਕਿਸੇ ਸੋਸ਼ਲ ਮੀਡੀਆ ਦੇ ਉੱਤੇ ਕਿ ਸਾਨੂੰ ਬਹੁਤੀਆਂ ਟਰਾਂਸਲੇਸ਼ਨ ਜਾਂ ਸਾਨੂੰ ਬਹੁਤੀ ਇੱਦਾਂ ਦੀਆਂ ਗੱਲਾਂ ਨਹੀਂ ਸਮਝ ਆਉਂਦੀਆਂ ਕਿ ਇਹ ਕਰੋ ਇਹ ਨਾ ਕਰੋ। ਸਾਡੇ ਲਈ ਇਹ ਆ ਕਿ ਤੁਸੀਂ ਜਿਹੜੇ ਬਾਈ ਲਾ ਆਫੀਸਰਸ ਆ ਜਾਂ ਪੁਲਿਸ ਆ, ਉਹ ਸਾਨੂੰ ਵੱਡੀਆਂ ਵੱਡੀਆਂ ਟਿਕਟਾਂ ਦੇਣ ਤਾਂ ਅਸੀਂ ਠੀਕ ਹੋ ਸਕਦੇ ਹਾਂ, ਤਾਂ ਜਾਂ ਆਮ ਲੋਕ ਵੀ ਤਾਂ ਜਿਹੜੇ ਆ ਉਹ ਇਹਦਾ ਖਿਆਲ ਰੱਖ ਸਕਦੇ ਆ। ਤੁਹਾਨੂੰ ਕੀ ਲੱਗਦਾ, ਕਾਨੂੰਨ ਸਖਤ ਹੋਣਾ ਚਾਹੀਦਾ? ਸਰਕਾਰ ਦਾ ਬੜਾ ਸਪਸ਼ਟ ਰੂਪ ਦੇ ਵਿੱਚ ਸੁਨੇਹਾ ਆ ਕਿ ਅਸੀਂ ਸਕੂਲ ਖੁੱਲ੍ਹੇ ਰੱਖਣਾ ਚਾਹੁੰਦੇ ਹਾਂ, ਅਸੀਂ ਬਿਜ਼ਨਸ ਖੁੱਲ੍ਹੇ ਰੱਖਣਾ ਚਾਹੁੰਦੇ ਹਾਂ, ਇਸ ਕਰਕੇ ਬਾਕੀ ਸਾਰੇ ਕੰਮ ਬੰਦ ਕਰ ਲਓ। ਸੋਸ਼ਲ ਗੈਦਰਿੰਗ, ਕਿਤੇ ਵੀ ਜਾਣਾ, ਕਿਤੇ ਵੀ ਆਉਣਾ, ਇਸ ਚੀਜ਼ ਨੂੰ ਬੰਦ ਕਰ ਲਓ। ਦੂਜੀ ਗੱਲ, ਪਹਿਲੀ ਵੇਵ ਦੇ ਵਿੱਚ ਸਾਨੂੰ ਸਾਰਿਆਂ ਨੂੰ ਲੱਗਦਾ ਸੀ ਕਿ ਸਾਡੇ ਨੇੜੇ ਤੇੜੇ ਕਿਸੇ ਨੂੰ ਕਰੋਨਾ ਨਹੀਂ ਹੋਇਆ। ਹੁਣ ਸਾਡੇ ਨੇੜੇ ਤੇੜੇ ਸਾਡੇ ਜਾਣ ਪਛਾਣ ਵਾਲੇ ਬਹੁਤ ਸਾਰੇ ਲੋਕ ਆ ਜਿਹੜੇ ਕੋਵਿਡ-19 ਦਾ ਸ਼ਿਕਾਰ ਹੋ ਚੁੱਕੇ ਆ, ਤੁਸੀਂ ਵੀ ਜਾਣਦੇ ਹੋ। ਹੁਣ ਇੱਕ ਡਰ ਵੀ ਲੱਗ ਰਿਹਾ, ਪਰ ਦੂਜੇ ਪਾਸੇ ਇਹ ਵੀ ਲੱਗ ਰਿਹਾ ਕਿ ਹੁਣ ਲੋਕਾਂ ਨੂੰ ਇਹ ਲੱਗਦਾ ਕਿ ਇਹ ਕਰੋਨਾ ਜਿਹੜਾ ਸਾਨੂੰ ਨਹੀਂ ਹੋ ਸਕਦਾ, ਜਾਂ ਲੋਕ ਅੰਦਰ ਬੈਠ ਕੇ ਅੱਕ ਚੁੱਕੇ ਆ।
ਤੁਹਾਡੇ ਵਿਚਾਰ ਕੀ ਨੇ ਇਹਦੇ ਉੱਤੇ? ਅੱਜ ਅਸੀਂ ਤੁਹਾਡੇ ਵਿਚਾਰ ਵੀ ਜਾਣਨਾ ਚਾਹੁੰਦੇ ਹਾਂ। ਪੰਜਾਬੀ ਭਾਈਚਾਰਾ ਕੀ ਬਾਕੀ ਭਾਈਚਾਰਿਆਂ ਨਾਲੋਂ ਵੱਖਰੀ ਤਰ੍ਹਾਂ ਵਿਵਹਾਰ ਕਰ ਰਿਹਾ, ਜਾਂ ਇਹ ਵੀ ਬਾਕੀ ਭਾਈਚਾਰਿਆਂ ਵਾਂਗ ਹੀ ਆ? ਜਿੰਨੇ ਕੁ ਉਹਨਾਂ ਦੇ ਵਿੱਚ ਸੰਜੀਦਾ ਲੋਕ ਨੇ, ਜਿੰਨੇ ਕੁ ਉਹਨਾਂ ਦੇ ਵਿੱਚ ਸ਼ਰਾਰਤੀ ਲੋਕ ਨੇ, ਓਨੇ ਕੀ ਇਹਦੇ ਵਿੱਚ ਨੇ। ਲੰਘੀ ਦੀਵਾਲੀ, ਉਹਦੇ ਤੋਂ ਬਾਅਦ ਸਵੀਟ ਸ਼ਾਪਸ ਦੇ ਉੱਤੇ ਲੋਕਾਂ ਦੀਆਂ ਲੰਮੀਆਂ ਲਾਈਨਾਂ, ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਸਾਰੇ ਧਾਰਮਿਕ ਸਥਾਨ ਵੈਸੇ ਬੰਦ ਰਹੇ, ਜਿਹੜੇ ਖੁੱਲ੍ਹੇ ਸੀ ਉੱਥੇ ਕਈ ਥਾਵਾਂ ਦੇ ਉੱਤੇ ਬਾਈਲਾ ਵਾਲਿਆਂ ਨੂੰ ਆ ਕੇ ਉਹਨਾਂ ਨੂੰ ਬੰਦ ਕਰਵਾਉਣਾ ਪਿਆ, ਜਾਂ ਬੇਨਤੀ ਕਰਨੀ ਪਈ ਕਿ ਤੁਸੀਂ ਕਿਸੇ ਤਰ੍ਹਾਂ ਇਹਦਾ ਖਿਆਲ ਰੱਖੋ। ਅੰਦਰ ਗੁਰਦੁਆਰਾ ਸਾਹਿਬ ਦੇ ਜਾਂ ਹੋਰ ਧਾਰਮਿਕ ਸਥਾਨਾਂ ਦੇ ਉੱਤੇ ਬਹੁਤ ਖਿਆਲ ਰੱਖਿਆ ਗਿਆ, ਪਰ ਬਾਹਰ ਸੰਗਤ ਦੀਆਂ ਲੰਬੀਆਂ ਲਾਈਨਾਂ। ਗੁਰਦੁਆਰਾ ਸਾਹਿਬ ਵੱਖ-ਵੱਖ ਵੱਲੋਂ ਅਪੀਲਾਂ ਕਰਨ ਦੇ ਬਾਵਜੂਦ ਕਿ ਇਸ ਵਾਰ ਤੁਸੀਂ ਥੋੜ੍ਹਾ ਜਿਹਾ ਖਿਆਲ ਰੱਖੋ, ਨਾ ਆਓ। ਲੋਕਾਂ ਨੇ ਕਈ ਗੱਲਾਂ ਇੱਥੇ ਸਾਹਮਣੇ ਆਉਂਦੀਆਂ। ਇੱਕ ਤਾਂ ਇਹ ਕਿ ਲੋਕਾਂ ਨੇ ਉਹ ਗੱਲਾਂ ਸੁਣੀਆਂ, ਲੋਕ ਮਠਿਆਈ ਲੈ ਕੇ ਨਹੀਂ ਆਏ, ਜਾਂ ਬਹੁਤ ਘੱਟ ਮਠਿਆਈ ਲੈ ਕੇ ਆਏ, ਦੀਵੇ ਬਹੁਤ ਘੱਟ ਲੋਕ ਲੈ ਕੇ ਆਏ। ਪਰ ਉਹਦੇ ਬਾਵਜੂਦ ਵੀ ਹੁਣ ਕੀ ਇਹਦਾ ਹੱਲ ਕੀਤਾ ਜਾਵੇ? ਕਿ ਜਾਂ ਤਾਂ ਸਰਕਾਰ ਜਬਰੀ ਸਾਰਾ ਕੁਝ ਬੰਦ ਕਰ ਦੇਵੇ, ਲੋਕਡਾਊਨ ਕਰ ਦੇਵੇ, ਕਿ ਇੱਥੇ ਸਾਰਾ ਕੁਝ ਉਹਦੇ ਲਈ ਸਖਤੀ ਕੀਤੀ ਜਾਵੇ, ਜਾਂ ਫਿਰ ਲੋਕ ਆਪਣੇ ਆਪ ਸਮਝਦਾਰ ਹੋਣ। ਕੀ ਲੋਕ ਆਪਣੇ ਆਪ ਸਮਝਦਾਰ ਹੋ ਸਕਦੇ ਨੇ ਜਾਂ ਨਹੀਂ? ਨੰਬਰ ਬਹੁਤ ਵੱਧ ਗਿਆ। ਸਾਡੇ ਭਾਈਚਾਰੇ ਦੀ ਇਹਦੇ ਵਿੱਚ ਕੀ ਜ਼ਿੰਮੇਵਾਰੀ ਆ? ਕੀ ਤੁਸੀਂ ਆਸ ਕਰਦੇ ਹੋ, ਔਰ ਤੁਹਾਨੂੰ ਕੀ ਲੱਗਦਾ ਇਸ ਵੇਲੇ? ਤੁਹਾਡੀ ਕੀ ਰਾਏ ਆ? ਫੇਸਬੁੱਕ 'ਤੇ ਵੀ ਅਸੀਂ ਲਾਈਵ ਹਾਂ, ਤੁਸੀਂ ਕਮੈਂਟ ਕਰ ਸਕਦੇ ਹੋ, ਦੱਸ ਸਕਦੇ ਹੋ ਕਿ ਕਿੱਥੇ ਨੁਕਸ ਆ। ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਜਿੱਥੇ ਕੁਝ ਸੰਸਥਾਵਾਂ ਦੇ ਵਿੱਚ ਕੰਮ ਕਰ ਰਹੇ ਵਿਅਕਤੀਆਂ ਨੂੰ ਪਤਾ ਸੀ ਕਿ ਉਹਨਾਂ ਨੂੰ ਕਰੋਨਾ ਆ, ਉਹਨਾਂ ਨੂੰ ਕੋਵਿਡ-19 ਹੋ ਚੁੱਕਿਆ, ਪਰ ਉਹਦੇ ਬਾਵਜੂਦ ਵੀ ਉਹਨਾਂ ਨੇ ਆਪਣੀਆਂ ਸੇਵਾਵਾਂ ਜਾਰੀ ਰੱਖੀਆਂ, ਜਿਹਦੇ ਨਾਲ ਬਹੁਤ ਸਾਰੇ ਦੂਜੇ ਲੋਕਾਂ ਨੂੰ ਹੋ ਗਿਆ। ਕੁਝ ਜਿਮਸ ਦੇ ਵਿੱਚ ਇੱਦਾਂ ਦੀਆਂ ਗੱਲਾਂ ਸਾਹਮਣੇ ਆਈਆਂ ਕਿ ਜਿਹਨਾਂ ਨੂੰ ਸ਼ੱਕ ਸੀ ਕਿ ਉਹ ਕਰੋਨਾ ਪੋਜ਼ੀਟਿਵ ਨੇ, ਜਾਂ ਉਹਨਾਂ ਨੇ ਟੈਸਟ ਕਰਵਾਇਆ ਪਰ ਟੈਸਟ ਦੀ ਰਿਪੋਰਟ ਨਹੀਂ ਸੀ ਆਈ। ਉਹ ਜਿਹੜਾ ਵਿਚਲਾ ਸਮਾਂ ਸੀ, ਉਸ ਸਮੇਂ ਦੌਰਾਨ ਉਹਨਾਂ ਨੇ ਉੱਥੇ ਆਪਣੀ ਫੈਸਿਲਿਟੀ ਦੇ ਉੱਤੇ ਆਉਣਾ ਜਾਰੀ ਰੱਖਿਆ, ਜਿਹਦੇ ਨਾਲ ਹੋਰ ਬਹੁਤ ਸਾਰੇ ਲੋਕ ਲਪੇਟ ਦੇ ਵਿੱਚ ਆ ਗਏ। ਇੱਕਾ ਦੁੱਕਾ ਘਟਨਾਵਾਂ ਹੋ ਸਕਦੀਆਂ। ਨੰਬਰ ਜਿੰਨਾ ਵੱਧ ਰਿਹਾ ਆ, 2000 ਦੇ ਕਰੀਬ ਅੱਜ ਕੇਸ ਸਾਹਮਣੇ ਆਏ ਆ ਪਿਛਲੇ ਦਿਨਾਂ ਦੇ, ਪਿਛਲੇ 3 ਦਿਨਾਂ ਦੇ। ਕਿਹਾ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਦਿਨ ਬਹੁਤ ਹੀ ਦੂਰ ਨਹੀਂ ਜਦੋਂ ਇੱਕ ਦਿਨ ਦੇ ਵਿੱਚ 2000 ਕੇਸ ਆਉਣਗੇ। ਔਰ ਆਪਣੇ ਦੇਖਦੇ ਸੁਣਦੇ ਸੀ BC ਦੇ ਵਿੱਚ ਬੈਠੇ ਕਿ ਕੁਬੈਕ ਦੇ ਵਿੱਚ, ontario ਦੇ ਵਿੱਚ ਕਰੋਨਾ ਦੀ ਮਾਰ ਬਹੁਤ ਪਈ ਆ, ਪਰ ਜੇਕਰ ਆਬਾਦੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇੱਥੇ ਵੀ ਹਾਲਤ ਬਹੁਤੀ ਚੰਗੀ ਨਹੀਂ ਰਹੀ। ਲੋਕ ਘੁੰਮ ਰਹੇ ਨੇ, ਤੁਸੀਂ ਸਟਰੀਟਸ ਦੇ ਉੱਤੇ ਰਸ਼ ਦੇਖ ਸਕਦੇ ਹੋ। ਉਸੇ ਤਰ੍ਹਾਂ ਹੀ ਆ ਕਿ ਲੋਕ ਕੰਮ ਕਾਰ ਬੰਦ ਨਹੀਂ ਕੀਤੇ। ਲੋਕਾਂ ਦੇ ਸਵਾਲ ਬਹੁਤ ਨੇ। ਜਦੋਂ ਸਿਹਤ ਅਧਿਕਾਰੀ ਕੋਈ ਇੱਕ ਆਪਸ਼ਨ ਦਿੰਦੇ ਆ ਤਾਂ ਉਹਦੇ ਵਿੱਚ ਲੋਕਾਂ ਦੇ ਸਵਾਲ ਬਹੁਤ ਸਾਰੇ ਨੇ। ਸਵਾਲ ਇਹ ਆ ਕਿ ਜੇ ਸਕੂਲ ਕਿਉਂ ਖੁੱਲ੍ਹੇ ਆ ਜੀ, ਫਿਰ ਸਾਨੂੰ ਕਿਉਂ ਬੰਦ ਕੀਤਾ? ਸਕੂਲ ਖੁੱਲ੍ਹੇ ਆ ਤਾਂ ਤੁਸੀਂ ਰੈਸਟੋਰੈਂਟ ਕਿਉਂ ਖੋਲ੍ਹੇ ਆ? ਰੈਸਟੋਰੈਂਟ ਖੋਲ੍ਹੇ ਆ ਤਾਂ ਫਲਾਣੀ ਚੀਜ਼ ਕਿਉਂ ਖੋਲ੍ਹੀ ਆ? ਸਾਨੂੰ ਬੰਦ ਕਿਉਂ ਕੀਤਾ ਜਾ ਰਿਹਾ? ਸਵਾਲ ਇਹ ਆ, ਸਰਕਾਰ ਦੀ ਬੜੀ ਸਪਸ਼ਟ ਰਾਏ ਆ ਕਿ ਅਸੀਂ ਸਕੂਲ ਖੋਲ੍ਹਣਾ ਚਾਹੁੰਦੇ ਹਾਂ, ਬੱਚੇ ਘਰਾਂ ਵਿੱਚ ਬੈਠੇ ਅਪਸੈਟ ਹੋ ਜਾਣਗੇ। ਅਸੀਂ ਬਿਜ਼ਨਸ ਖੋਲ੍ਹਣਾ ਚਾਹੁੰਦੇ ਹਾਂ, ਇਕੋਨਮੀ ਮਰ ਜਾਊਗੀ, ਇਸ ਕਰਕੇ ਗੈਰ ਜ਼ਰੂਰੀ ਕੰਮਾਂ ਨੂੰ ਰੋਕਿਆ ਜਾਵੇ। ਉਹ ਸਰਕਾਰ ਕਹਿੰਦੀ ਆ ਤੁਸੀਂ 6 ਜਣੇ ਘਰ ਦੇ ਵਿੱਚ ਇਕੱਠੇ ਨਹੀਂ ਹੋ ਸਕਦੇ, ਫਿਰ ਕਹਿੰਦੇ ਤੁਸੀਂ ਕੋਈ ਵੀ ਨਹੀਂ ਹੋ ਸਕਦੇ। ਫਿਰ ਲੋਕਾਂ ਦੇ ਸਵਾਲ ਨੇ, ਫਿਰ ਉਹਨਾਂ ਨੂੰ ਰੋਕੂਗਾ ਕੌਣ? ਇਹਨਾਂ ਨੂੰ ਟਿਕਟਾਂ ਕੌਣ ਦੇਊਗਾ? ਕੀ ਸਾਨੂੰ ਫਾਈਨ ਹੋਊਗਾ? ਇਹ ਬਹੁਤ ਸਾਰੇ ਮਸਲੇ ਨੇ। ਅੱਜ ਅਸੀਂ ਇਸ ਮਸਲੇ ਦੇ ਉੱਤੇ ਗੱਲਬਾਤ ਕਰਨ ਦੇ ਲਈ, ਜਿੱਥੇ ਤੁਹਾਡੇ ਵਿਚਾਰ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਕਮੈਂਟ ਕਰਕੇ ਦੱਸੋ ਕਿ ਪੰਜਾਬੀ ਭਾਈਚਾਰਾ ਕੀ ਬਾਕੀ ਭਾਈਚਾਰਿਆਂ ਨਾਲੋਂ ਵੱਖਰਾ ਆ? ਕੀ ਇਹ ਜ਼ਿਆਦਾ ਲਾਪਰਵਾਹ ਆ, ਜਾਂ ਇਹਨੂੰ ਇਸ ਤਰ੍ਹਾਂ ਪ੍ਰੋਜੈਕਟ ਕੀਤਾ ਜਾ ਰਿਹਾ, ਜਾਂ ਅਸੀਂ ਆਪ ਹੀ ਆਪਣੇ ਆਪ ਨੂੰ ਪ੍ਰੋਜੈਕਟ ਕਰ ਰਹੇ ਹਾਂ, ਜਾਂ ਸਾਰੇ ਭਾਈਚਾਰਿਆਂ ਦੇ ਵਿੱਚ ਅਸੀਂ ਸੱਚਮੁੱਚ ਹੀ ਬੇਪਰਵਾਹ ਆ ਵੀ ਸਾਨੂੰ ਬਹੁਤਾ ਇਸ ਕਿਸਮ ਦਾ ਡਰ ਨਹੀਂ ਲੱਗਦਾ, ਅਸੀਂ ਹਮੇਸ਼ਾ ਹੀ ਖਤਰੇ ਵਾਲੇ ਕੰਮ, ਰਿਸਕ ਵਾਲੇ ਕੰਮ ਕਰਦੇ ਰਹੇ ਹਾਂ। ਅਤੇ ਉਹੀ ਸੁਭਾਅ ਜਿਹੜਾ ਇਸ ਵੇਲੇ ਸਾਹਮਣੇ ਆ ਰਿਹਾ ਕਿ ਲੋਕ ਬਿਨਾਂ ਡਰ ਡੁੱਕਰ ਦੇ, ਸ਼ਾਇਦ ਹੀ ਕਿਸੇ ਨੇ ਮਾਸਕ ਪਾਇਆ ਹੋਵੇ, ਜਾਂ ਇਸ ਗੱਲ ਨੂੰ ਕੁਛ ਜਿਹੜੇ ਡਾਕਟਰਸ ਨੇ ਉਹ ਇਹ ਵੀ ਕਹਿ ਰਹੇ ਨੇ, ਜਾਂ ਜਿਹੜੇ ਤੁਸੀਂ ਕਿਸੇ ਹੋਰ ਭਾਈਚਾਰੇ ਦੇ ਬੰਦਿਆਂ ਨਾਲ ਗੱਲ ਕਰੋ, ਉਹ ਕਹਿੰਦੇ ਜਦੋਂ ਤੁਹਾਨੂੰ ਇਹ ਦੱਸਦੇ ਆ ਵੀ ਇਹਦਾ ਖਤਰਾ ਆ, ਲੋਕ ਹੱਸਦੇ ਆ, ਕਹਿੰਦੇ ਨਹੀਂ ਇਹ ਕੁਛ ਨਹੀਂ ਹੁੰਦਾ, ਐਵੇਂ ਹੀ ਆ, ਵੈਸੇ ਹੀ ਆ, ਕਰੋਨਾ ਹੀ ਆ, ਇਹ ਨਹੀਂ ਹੋਣਾ। ਇਹ ਜਿਹੜਾ ਐਟੀਟਿਊਡ ਆ ਇਹ ਨੁਕਸਾਨ ਕਰ ਰਿਹਾ। ਹਸਪਤਾਲ ਦੇ ਵਿੱਚ, ਸਰੀ ਮੈਮੋਰੀਅਲ ਹਸਪਤਾਲ ਦੇ ਵਿੱਚ ਜਾ ਕੇ ਦੇਖ ਲਓ ਉੱਥੇ ਕੀ ਹਾਲਤ ਆ, ਕਿੰਨੇ ਕੁ ਮਰੀਜ਼ ਉੱਥੇ ਦਾਖਲ ਆ, ਔਰ ਕੀ ਉਹਨਾਂ ਦੀ ਹਾਲਤ ਆ ਅਤੇ ਕੀ ਉਹਨਾਂ ਦੇ ਘਰਦਿਆਂ ਦੀ ਹਾਲਤ ਆ, ਜਿਹੜੇ ਬੱਚੇ ਆ, ਬਜ਼ੁਰਗ ਆ। ਸੋ ਜਿੰਨਾ ਚਿਰ ਇਹ ਬਲਦੀ ਅੱਗ ਸੜਕਾਂ ਦੇ ਉੱਤੇ ਇੱਧਰ ਉੱਧਰ ਜਾ ਰਹੀ ਆ, ਉਨਾ ਚਿਰ ਸਾਨੂੰ ਚੰਗੀ ਲੱਗਦੀ ਆ, ਪਰ ਜਦੋਂ ਇਹ ਕਿਸੇ ਦਰਵਾਜ਼ੇ ਦੇ ਉੱਤੇ ਆ ਕੇ ਰੁਕ ਜਾਂਦੀ ਆ ਤਾਂ ਹਾਲਤ ਬਹੁਤ ਬੁਰੀ ਹੁੰਦੀ ਆ। ਹਜੇ ਕਿਹਾ ਜਾ ਰਿਹਾ ਕਿ ਆਹ ਜਿਹੜੇ ਦੀਵਾਲੀ ਵਾਲੇ ਕੇਸਿਸ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਉਣਗੇ, ਅਤੇ ਫੈਸਟੀਵਲ ਅੱਗੇ ਵੀ ਹੋਰ ਵੀ ਆ ਰਹੇ ਆ। ਸੋ ਇਹਦੇ ਉੱਤੇ ਅੱਜ ਅਸੀਂ ਗੱਲਬਾਤ ਕਰਨੀ ਹੈ। ਅਸੀਂ ਬੇਨਤੀ ਕੀਤੀ ਹੈ ਸਰਜਿੰਦਰ ਸਿੰਘ ਦੂੜਾ, ਸਾਡੇ ਇੱਥੋਂ ਦੇ ਕਾਮ ਨਾਗਰਿਕ ਨੇ, ਪੁਰਾਣੇ ਮੀਡੀਆ ਪਰਸਨੈਲਿਟੀ ਨੇ,
ਉਹਨਾਂ ਦੇ ਨਾਲ ਅਸੀਂ ਇਸ ਮੁੱਦੇ ਨੂੰ ਡਿਸਕਸ ਕਰਨਾ ਚਾਹੁੰਦੇ ਹਾਂ। ਤੁਸੀਂ ਵੀ ਆਪਣੇ ਵਿਚਾਰ ਸਾਨੂੰ ਫੇਸਬੁੱਕ ਦੇ ਜ਼ਰੀਏ ਦੇ ਸਕਦੇ ਹੋ। ਦੂੜਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਜੀ ਆਇਆਂ ਨੂੰ। ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਰੇ ਹੀ ਚੈਨਲ ਪੰਜਾਬੀ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਫਤਿਹ ਜੀ। ਜੀ ਦੂੜਾ ਸਾਹਿਬ, ਕੀ ਲੱਗਦਾ ਅਸੀਂ ਜ਼ਿਆਦਾ ਕੋਵਿਡ ਫੈਲਾ ਰਹੇ ਹਾਂ ਕਿ ਗੱਲਬਾਤ ਹੀ ਜ਼ਿਆਦਾ ਆ? ਨਹੀਂ, ਅਸੀਂ ਤਾਂ ਗੱਲ ਤਾਂ ਇਹ ਆ ਵੀ ਹੈ ਤਾਂ ਸਾਰੀਆਂ ਹੀ ਕਮਿਊਨਿਟੀਆਂ BC ਦੇ ਵਿੱਚ ਇੱਕ ਨਹੀਂ ਰਹਿੰਦੀ ਹੈ ਨਾ ਜੀ। ਪਰ ਹੁਣ ਗੱਲ ਥੋੜ੍ਹੇ ਸਮੇਂ ਤੋਂ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਆ ਉਹ ਸਾਊਥ ਏਸ਼ੀਅਨ ਜਿਹੜੀ ਆ ਕਮਿਊਨਿਟੀ ਅਤੇ ਉਹਦੇ ਵਿੱਚ ਖਾਸ ਕਰ ਪੰਜਾਬੀ ਜੀ। ਉਹ ਸਿੱਧਾ ਤਾਂ ਨਹੀਂ ਕਹਿ ਰਹੇ ਆਪਾਂ ਨੂੰ, ਪਰ ਜਿਹੜੇ ਢੰਗ ਨਾਲ ਹੁਣ ਉਹ ਚਾਰਟ ਬਣਾ ਕੇ ਸਾਨੂੰ ਸਾਡੇ ਮੂਹਰੇ ਪੇਸ਼ ਕਰ ਰਹੇ ਆ ਅਤੇ ਸਰੀ ਨੂੰ ਜ਼ਿਆਦਾ ਕਰਕੇ ਇਹ ਵੀ ਨਹੀਂ ਕਹਿ ਸਕਦੇ ਵੀ ਟਾਰਗੇਟ ਕੀਤਾ ਜਾ ਰਿਹਾ, ਕਿਉਂਕਿ ਸਰੀ ਦੇ ਵਿੱਚ ਕੇਸ ਹੈਗੇ ਆ, ਇਸੇ ਕਰਕੇ ਹੀ ਸਾਹਮਣੇ ਆ ਰਹੇ ਆ ਅਤੇ ਬਣਾ ਕੇ ਤਾਂ ਨਹੀਂ ਕੁਛ ਵੀ ਕੀਤਾ ਜਾ ਰਿਹਾ, ਇਹ ਹੈਗਾ ਆ। ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇੰਨਾ ਡਰ ਹੋਣ ਦੇ ਬਾਵਜੂਦ ਵੀ, ਇੰਨਾ ਕਰੋਨਾ ਫੈਲਣ ਦੇ ਬਾਵਜੂਦ ਵੀ ਅਸੀਂ ਕਿਉਂ ਨਹੀਂ ਇਹਦੇ 'ਤੇ ਥੋੜ੍ਹਾ ਸੰਜੀਦਾ ਤੌਰ 'ਤੇ ਕਿਉਂ ਨਹੀਂ ਅਸੀਂ ਸੋਚ ਰਹੇ। ਅਤੇ ਕਈ ਤਾਂ ਇਹੋ ਜਿਹੇ ਵੀ ਬੰਦੇ ਆ ਜਿਹੜੇ ਕਿ ਜਦੋਂ ਹਾਲੇ ਪਹਿਲੀ ਵੇਵ ਆਈ ਸੀਗੀ ਉਸ ਟਾਈਮ ਤੋਂ ਹੀ ਐਸੇ ਅੰਦਰ ਬੜੇ ਆ, ਉਹ ਕੰਮਕਾਰ ਵੀ ਛੱਡੀ ਬੈਠੇ ਆ ਅਤੇ ਬਾਹਰ ਨਹੀਂ ਨਿਕਲਣਾ ਚਾਹੁੰਦੇ। ਦੂਜੇ ਪਾਸੇ ਇੱਕ ਇਹੋ ਜਿਹਾ ਵੀ ਵਰਗ ਆ ਜਿਹੜਾ ਕਿ ਜਿੰਨਾ ਮਰਜ਼ੀ ਕਹਿ ਲਓ ਪਰ ਉਹ ਹਟਦਾ ਹੀ ਨਹੀਂ। ਜਿੱਥੇ ਰੋਕਦੇ ਆ, ਜਿੱਥੇ ਉਹੀ ਗੱਲ ਆ ਗਈ ਨਾ, ਉਹ ਦਲਜੀਤ ਦੇ ਗਾਣੇ ਕਿ ਜਿੱਥੇ ਪਾਬੰਦੀ ਆ ਹਥਿਆਰਾਂ ਦੀ ਉੱਥੇ ਫਾਇਰ ਕਰਦਾ, ਉਹ ਗੱਲ ਸਾਡੀ ਆ ਵੀ ਜਦ ਪਾਬੰਦੀ ਆ ਗੌਰਮੈਂਟ ਵੱਲੋਂ ਆ, ਹੈਲਥ ਵਾਲੇ ਸਾਨੂੰ ਦੱਸ ਰਹੇ ਆ, ਬਾਰ-ਬਾਰ ਰੋਜ਼ ਰਿਪੋਰਟ ਆਉਂਦੀ ਆ, ਉਹਦੇ ਬਾਵਜੂਦ ਵੀ ਅਸੀਂ ਫਿਰ ਵੀ ਮਾਸਕ ਤੋਂ ਬਿਨਾਂ ਵੀ ਜਾਂਦੇ ਹਾਂ ਅਤੇ ਜੇ ਮਾਸਕ ਪਾਇਆ ਵੀ ਆ ਅਤੇ ਉਹ ਪਾਇਆ ਵੀ ਅੱਜ ਕੱਲ੍ਹ ਕੱਪੜੇ ਦਾ ਨਵੇਂ ਤਰ੍ਹਾਂ ਦੇ ਆ ਗਏ, ਗਾਂਹ ਤੋਂ ਗਾਂਹ ਡਿਜ਼ਾਇਨ ਹੀ ਇੱਦਾਂ ਦੇ ਆ ਨਵੇਂ, ਉਹਦੇ ਵਿੱਚ ਪਤਾ ਨਹੀਂ ਰੁਕਦਾ ਜਾਂ ਨਹੀਂ ਰੁਕਦਾ, ਪਰ ਅਸੀਂ ਉਹ ਪਾ ਕੇ ਵੀ ਸ਼ਰੇਆਮ ਸਟੋਰਾਂ ਦੇ ਵਿੱਚ ਜਿੱਥੇ ਲੋੜ ਹੁੰਦੀ ਆ ਸਾਨੂੰ ਇੱਕ ਬੰਦੇ ਨੂੰ, ਘਰ ਦੇ ਨੂੰ ਜਾ ਕੇ ਗਰੋਸਰੀ ਲਿਆਉਣ ਦੀ, ਉੱਥੇ ਫਿਰ ਜਦੋਂ ਬੱਗੀ ਦੇ ਦੁਆਲੇ ਦੇਖਦੇ 4-4 ਜਣੇ ਹੁੰਦੇ ਆ, ਫਿਰ ਡਿਸਟੈਂਸ ਰਹਿੰਦਾ ਹੀ ਨਹੀਂ ਆਪਸ ਵਿੱਚ। ਕੋਈ ਹੁਣ ਇੱਕ ਦੂਜੇ ਦੇ ਜਿਹੜੀ ਵੀ ਚੀਜ਼ ਚੱਕਣੀ ਆ ਜਾਂ ਕੋਈ ਵੀ ਸਟੋਰ ਤੋਂ ਵੀ ਲਿਆਉਣੀ ਆ ਤਾਂ ਬਿਲਕੁਲ ਕੋਲ ਦੀ ਲੰਘਣਾ ਤਾਂ ਪੈਣਾ ਹੀ ਆ ਤੁਹਾਨੂੰ ਜੀ। ਹੁਣ ਇੱਕ ਨੇ ਹੱਥ ਲਾ ਕੇ ਛੱਡ ਦਿੱਤਾ, ਉਹੀ ਚੀਜ਼ ਨੂੰ ਮੁੜ ਕੇ ਰੱਖ ਦਿੱਤਾ, ਦੂਜੇ ਨੇ ਫੇਰ ਜਾ ਕੇ ਉਹਨੂੰ ਲਾਉਣਾ। ਹੁਣ ਇਹ ਤਾਂ ਹੈ ਨਹੀਂ ਵੀ ਸਾਰੇ ਗੁਲਾਬੀ ਪਾਈ ਫਿਰਦੇ ਆ, ਕੁਛ ਬੰਦੇ ਇੱਦਾਂ ਦੇ ਵੀ ਹੈਗੇ ਆ ਜਿਹੜੇ 24 ਘੰਟੇ ਪਾਈ ਵੀ ਰੱਖਦੇ ਆ ਵੀ ਜਦੋਂ ਵੀ ਕਿਤੇ ਜਾਣਾ ਆ ਗੱਡੀ 'ਚੋਂ ਨਿਕਲੇ ਉਦੋਂ ਹੀ ਇੰਨਾ ਹੀ ਇਹਤਿਆਤ ਰੱਖ ਰਹੇ ਆ, ਅਤੇ ਦੂਜੇ ਪਾਸੇ ਲਾਪਰਵਾਹ ਵੀ ਬਹੁਤ ਹੈ। ਇੱਕ ਦੂੜਾ ਸਾਹਿਬ, ਹੋਰ ਗੱਲ ਬੜੀ ਸਾਹਮਣੇ ਆਈ ਪਿਛਲੇ ਸਮੇਂ ਦੇ ਵਿੱਚ, ਹਾਂਜੀ, ਕਿ ਜਿਹੜੇ ਵਿਆਹ ਸੀਗੇ ਜਾਂ ਫਿਊਨਲ ਸੀਗੇ ਉੱਥੇ ਇਕੱਠ ਬਹੁਤ ਹੋਏ, ਇਹ ਰੋਕੇ ਜਾ ਸਕਦੇ ਸੀ? ਤੁਹਾਨੂੰ ਲੱਗਦਾ ਵੀ ਪਿਛਲੇ ਸਮੇਂ ਦੇ ਵਿੱਚ ਹਾਲਾਂਕਿ ਬਹੁਤ ਲਿਮਟਿਡ ਇਹ ਸਾਰਾ ਕੁਝ ਹੋ ਗਿਆ, ਲੋਕਾਂ ਨੂੰ ਪਤਾ ਲੱਗ ਗਿਆ ਵੀ ਵਿਆਹ ਤਾਂ ਇੱਦਾਂ ਹੀ ਹੋਣੇ ਆ ਹੁਣ ਕੋਵਿਡ ਦੇ ਵਿੱਚ, ਹਾਂਜੀ, ਪਰ ਕੀ ਪੰਜਾਬੀਆਂ ਨੇ ਇਹ ਵਿਆਹ ਵੱਡੇ ਘਰਾਂ ਦੇ ਵਿੱਚ ਗੁਆਂਢੀਆਂ ਦੀਆਂ ਫੈਂਸ ਉਹਦੇ ਨਾਲ ਪੱਟ ਕੇ ਟੈਂਟ ਲਾ ਕੇ ਕੀਤੇ, ਜਾਂ ਇਹ ਵੀ ਇੱਕ ਰੌਲਾ ਗੋਲਾ ਆ? ਤੁਹਾਡੀ ਕੀ ਆਬਜ਼ਰਵੇਸ਼ਨ ਆ ਆਪਣੇ ਪੱਧਰ ਦੇ ਉੱਤੇ ਵੀ ਇਹ ਸਾਰਾ ਕੁਝ ਤੁਹਾਡੇ ਰਿਸ਼ਤੇਦਾਰਾਂ 'ਚ, ਸਾਡੇ ਆਲੇ ਦੁਆਲੇ? ਮੈਨੂੰ ਲੱਗਦਾ ਵੀ ਲੋਕਾਂ ਨੇ ਕੀਤਾ। ਲੋਕਾਂ ਨੂੰ ਜਦੋਂ ਇੱਕ ਡਰ ਚੱਕਿਆ ਗਿਆ, ਅਸਲ ਦੇ ਵਿੱਚ ਲੋਕਾਂ ਦਾ ਨਹੀਂ ਕਸੂਰ ਇਹਦੇ ਵਿੱਚ, ਜਦੋਂ ਇੱਕ ਵੇਵ ਆਈ, ਰੌਲਾ ਪੈ ਗਿਆ, ਉਹਦੇ ਤੋਂ ਬਾਅਦ ਫਿਰ ਇਹ ਗੱਲ ਹੋ ਗਈ ਵੀ ਨਹੀਂ ਹੁਣ ਹਟ ਗਿਆ, ਲੋਕਾਂ ਨੂੰ ਲੱਗਿਆ ਵੀ ਇਹ ਠੀਕ ਠਾਕ ਆ। ਉਹ ਇਕੱਠਾਂ ਦਾ ਕਹਿੰਦੇ ਨਤੀਜਾ ਇਹ ਆ ਜਿਹੜਾ ਅੱਜ ਅਸੀਂ ਭੁਗਤ ਰਹੇ ਹਾਂ। ਦੇਖੋ ਜੀ, ਜਿਹੜੀਆਂ ਫੈਂਸ ਚੱਕ ਕੇ ਕਰਨ ਵਾਲੀ ਗੱਲ ਆ, ਉਹ ਇਹ ਤਾਂ ਨਹੀਂ ਵੀ ਨਹੀਂ ਹੋਏ ਆ, 5-7 ਹੋਏ ਹੋਣਗੇ, 2-4 ਜਾਣੀ ਕਿ ਉਹ ਕੀਤਾ, ਉਹਨਾਂ ਨੇ ਕੀਤੀ ਤਾਂ ਸ਼ੈਤਾਨੀ ਆ ਨਾ ਇੱਕ ਕਿਸਮ ਦੀ, ਵੀ ਇੱਕ ਪਾਸੇ ਤਾਂ ਇੰਨਾ ਡਰ ਪਿਆ ਆ, ਤੁਸੀਂ ਆਪ ਸੱਦਾ ਦੇ ਰਹੇ ਆ, ਤੁਹਾਡੇ ਘਰ ਆ ਕੇ ਅਗਲੇ ਹੋਰ 10 ਨੂੰ ਬਿਮਾਰ ਕਰਨਗੇ, 10 ਤੋਂ ਪਤਾ ਨਹੀਂ ਗਾਂਹ ਕਿੰਨੇ ਹੋਣੇ ਆ, ਉਹ ਤਾਂ ਕਰਦੇ ਹੀ ਕਰਦੇ ਆ। ਪਰ ਉਹਦੇ ਬਾਵਜੂਦ ਵੀ ਜੇ ਛੋਟੇ ਮੋਟੇ ਇਕੱਠ ਹੋਣੋਂ ਨਹੀਂ ਹਟੇ, ਜਿੱਦਾਂ 5-10 ਬੰਦਿਆਂ ਦੇ 15 ਦੇ ਜਿਹੜੇ ਸੀਗੇ, ਉਹ ਜੇ ਕਿਸੇ ਦੇ ਬਰਥਡੇ ਆ ਜਾਂ ਆਪਣਾ ਕੋਈ ਹੋਰ ਐਨਵਰਸਰੀ ਆ, ਉਹ ਅਗਲਿਆਂ ਨੂੰ ਇੱਦਾਂ ਲੱਗਦਾ ਰਿਹਾ ਵੀ ਇੰਨੇ ਕੁ ਨਾਲ ਤਾਂ ਕੁਛ ਨਹੀਂ ਹੋਣਾ। ਹੁਣ ਉਹਦੇ ਵਿੱਚ ਕੀ ਪਤਾ ਇਸ ਵੇਲੇ ਉਹ ਬੰਬ ਹੀ ਤੁਰਿਆ ਫਿਰਦਾ, ਕੀ ਪਤਾ ਕਿਹਦੇ 'ਤੇ ਚੱਲਣਾ ਅਤੇ ਕਿੱਥੇ ਉਹਦੀ ਲਾਗ ਲੱਗ ਜਾਣੀ ਆ। ਹਟੇ ਨਹੀਂ ਆਪਣੇ ਬੰਦੇ, ਇਹ ਆਪਣੇ ਹੀ ਨਹੀਂਗੇ, ਹੋਰ ਵੀ ਕਮਿਊਨਿਟੀਆਂ ਆ। ਮਤਲਬ ਇਹਨਾਂ ਨੇ ਟਰਾਈ ਇਹੋ ਹੀ ਕੀਤੀ ਆ ਕਿ ਸਾਨੂੰ ਨਹੀਂ ਹੋਣਾ, ਦੂਜੇ ਨੂੰ ਸ਼ਾਇਦ ਹੋਰ ਕਿਤੇ ਇਹੋ ਸਾਡੇ ਘਰੋਂ ਬਾਹਰ ਚੱਲ ਕੇ ਤਾਂ ਕਿਸੇ ਨੂੰ ਹੋ ਸਕਦਾ ਆ। ਇਹ ਜਿਹੜੀ ਸਾਡੀ
ਸੋਚ ਆ ਇਹਨੇ ਵਧਾਇਆ ਕੰਮ ਨੂੰ। ਜੀ ਬਿਲਕੁਲ ਇਹ ਨਹੀਂ ਹੈ ਕਿ ਨਹੀਂ ਵਧਾਇਆ। ਬਾਕੀ ਚਲੋ ਉਹ ਜਿਹੜੀਆਂ ਫੈਂਸਾਂ ਚੱਕ ਕੇ ਸੀ ਉਹ ਤਾਂ ਚਲੋ ਹੋ ਸਕਦਾ ਵੀ 2 4 5 ਨੇ ਕੀਤਾ ਹੋਊਗਾ, ਬਾਕੀਆਂ ਨੇ ਕਿਤੇ ਵੀਡੀਓ ਬਣ ਗਈ, ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਫੱਟ ਉਹੀ ਘਰ ਜਿਹੜੇ ਸੱਦੇ ਹੁੰਦੇ ਆ ਉਹੀ ਵੀਡੀਓ ਬਣਾ ਕੇ ਤਾਂ ਉਹੀ ਬਾਹਰ ਕੱਢਦੇ, ਦੂਜੇ ਨੇ ਤਾਂ ਬਣਾਉਣਾ ਹੀ ਨਹੀਂ। ਜਾਂ ਕਿਤੇ ਤੁਸੀਂ ਰੋਡ 'ਤੇ ਕਰਦੇ ਕੁਛ ਫੇਰ ਤਾਂ ਅਗਲਾ ਚੱਲ ਵੀਡੀਓ ਹੋਰ ਨੇ ਬਣਾ ਲਈ। ਪਰ ਜੇ ਉਹ ਕੱਢੀਆਂ ਵੀ ਆ ਸ਼ਾਇਦ ਅਗਲੇ ਤਾਂ ਉਸ ਵੇਲੇ ਤਾਂ ਪਤਾ ਨਹੀਂ ਕੀ ਦਿਮਾਗ ਦੇ ਵਿੱਚ ਹੋਊਗਾ, ਪਰ ਉਹ ਸੋਚਣ ਵਾਲੀ ਗੱਲ ਆ ਵੀ ਇੱਦਾਂ ਹੋਇਆ ਕਿਉਂ। ਜੀ ਵੀ ਇਹ ਗੱਲਾਂ ਜਿਹੜੀਆਂ ਆ ਇਹੋ ਸਾਨੂੰ ਡਰਨਾ ਚਾਹੀਦਾ ਇਹਨਾਂ ਗੱਲਾਂ ਤੋਂ, ਪਰ ਪਤਾ ਨਹੀਂ ਕਿਉਂ ਇਸੇ ਗੱਲ 'ਤੇ ਆ ਜਾਂਦੀ ਗੱਲ ਵੀ ਕੋਈ ਵੀ ਆ ਇਹ ਨਹੀਂ ਸੋਚਦਾ ਕਿ ਗੌਰਮੈਂਟ ਦਾ ਜ਼ੋਰ ਲੱਗਾ ਪਿਆ। ਹੈਲਥ ਵਾਲਿਆਂ ਦਾ ਦੇਖ ਲਓ ਵੀ ਕੀ ਹਾਲ ਆ ਆਪਣੇ ਹੋਸਪਿਟਲਾਂ ਦੇ ਵਿੱਚ, ਨਰਸਾਂ ਆ ਵਗੈਰਾ ਹੋਰ ਵੀ ਆ, ਡਾਕਟਰ ਆ, ਇਸ ਕੰਮ ਦੇ ਪਿੱਛੇ ਉਹ ਤਾਂ ਸਿਰ ਤੋੜ ਮਿਹਨਤ ਕਰ ਰਹੇ ਆ। ਦੂਜੇ ਪਾਸੇ ਅਸੀਂ ਛੋਟੀ ਜਿਹੀ ਲਾਪਰਵਾਹੀ ਦੇ ਨਾਲ ਹੀ ਆਪਣੀ ਜ਼ਿੰਦਗੀ ਵੀ ਖਰਾਬ ਕਰ ਰਹੇ ਹਾਂ, ਦੂਜਿਆਂ ਦੀ ਵੀ ਜ਼ਿੰਦਗੀ ਨੂੰ ਜਿਹੜਾ ਆ ਦਾਅ 'ਤੇ ਲਾ ਰਹੇ ਹਾਂ। ਜੀ ਇੱਕ ਇੱਥੇ ਹੋਰ ਮਸਲਾ ਜਿਹੜਾ ਮੈਂ ਆਪਣੇ ਦਰਸ਼ਕਾਂ ਦੇ ਨਾਲ ਵੀ ਇਹ ਗੱਲ ਕਰਨੀ ਚਾਹੁੰਦਾ ਕਿ ਇਹਦੇ ਉੱਤੇ ਕੱਲ੍ਹ ਬਹੁਤ ਸਾਰੇ ਲੋਕਾਂ ਨੇ ਜਿਹੜਾ ਮੇਨ ਸਟ੍ਰੀਮ ਮੀਡੀਆ ਆ ਉਹਨਾਂ ਨੇ ਇਹਨਾਂ ਖਬਰਾਂ ਨੂੰ ਬਹੁਤ ਚੰਗੀ ਤਰ੍ਹਾਂ ਪੇਸ਼ ਕੀਤਾ। ਚਾਹੇ ਉਹ ਕੁਛ ਗੁਰਦੁਆਰਾ ਸਾਹਿਬ ਸੀ ਇੱਥੇ ਦੇ, ਟਵਿੱਟਰ ਦੇ ਉੱਤੇ ਲੋਕਾਂ ਨੇ ਟਵੀਟ ਕੀਤਾ ਕਿ ਜਾ ਕੇ ਦੇਖੋ ਜੀ ਸਕਾਟ ਰੋਡ 'ਤੇ 72 ਦੇ ਉੱਤੇ ਇੱਕ ਇੰਡੀਅਨ ਟੈਂਪਲ, ਜਿਹਨੂੰ ਗੁਰਦੁਆਰਾ ਨੂੰ ਟੈਂਪਲ ਲਿਖਦੇ ਆ, ਉੱਥੇ ਜਾ ਕੇ ਦੇਖੋ, ਅਸਲ ਦੇ ਵਿੱਚ ਦੇਖੋ ਕਿ ਕਰੋਨਾ ਕੌਣ ਪਛਾਣ ਰਿਹਾ। ਉਹਨਾਂ ਨੇ ਬਹੁਤ ਸਾਰੇ ਮੇਨ ਸਟ੍ਰੀਮ ਨਿਊਜ਼ ਚੈਨਲ ਜਿਹੜੇ ਆ ਉਹਨਾਂ ਨੂੰ ਉਹਦੇ ਵਿੱਚ ਕਿਹਾ ਵੀ ਉੱਥੇ ਆਪਣਾ ਕੈਮਰਾਮੈਨ ਭੇਜੋ ਅਤੇ ਉੱਥੇ ਦੇਖੋ। ਬਰੈਂਪਟਨ ਵਾਲੇ ਪਾਸਿਓਂ ਇੱਦਾਂ ਦੀਆਂ ਖਬਰਾਂ ਆਈਆਂ। ਕੁਛ ਪਲਾਜ਼ਿਆਂ ਦੇ ਵਿੱਚ ਇਕੱਠੇ ਹੋ ਕੇ ਵੱਡੇ ਵੱਡੇ ਲੋਕਾਂ ਨੇ ਇਕੱਠ ਕੀਤੇ। ਇਹ ਸਾਰਾ ਕੁਛ ਕਿਤੇ ਨਾ ਕਿਤੇ ਜਾਂ ਤਾਂ ਇੱਕ ਮਾਈਨੋਰਿਟੀ ਕਰਕੇ ਟਾਰਗੇਟ ਕੀਤਾ ਜਾ ਰਿਹਾ, ਜਾਂ ਇਹ ਇੱਕ ਸੱਚਾਈ ਆ ਜਿਹਦੇ ਤੋਂ ਅਸੀਂ ਮੁੱਖ ਨਹੀਂ ਮੋੜ ਸਕਦੇ, ਅਸੀਂ ਇਹਦੇ ਤੋਂ ਨਾ ਨਹੀਂ ਕਰ ਸਕਦੇ। ਦੋ ਗੱਲਾਂ ਇੱਥੇ ਹੈਗੀਆਂ ਨੇ। ਇੱਕ ਤਾਂ ਇਹ ਕਿ ਅਸਲ ਦੇ ਵਿੱਚ ਲੋਕ ਕਾਨੂੰਨ ਦੇ ਡਰ ਤੋਂ ਬਿਨਾਂ ਕੋਈ ਵੀ ਕਿਸੇ ਸਹੀ ਤਰੀਕੇ ਦੇ ਨਾਲ ਨਹੀਂ ਚੱਲਦਾ। ਜੇ ਇਹਨਾਂ ਦੇਸ਼ਾਂ ਦੇ ਵਿੱਚ ਅਤੇ ਥਰਡ ਵਰਲਡ ਕੰਟਰੀਜ਼ ਦੇ ਵਿੱਚ ਵੱਡਾ ਫਰਕ ਆ ਉਹ ਕਾਨੂੰਨ ਦਾ ਡਰ ਆ। ਤੁਹਾਨੂੰ ਟਿਕਟ ਮਿਲਣੀ ਆ, ਤੁਹਾਡਾ ਲਾਇਸੈਂਸ ਚਲੇ ਜਾਣਾ, ਤੁਹਾਨੂੰ ਸਜ਼ਾ ਹੋਣੀ ਆ। ਇਸ ਡਰ ਤੋਂ ਕਰਕੇ ਲੋਕ ਦਾਰੂ ਪੀ ਕੇ ਗੱਡੀ ਨਹੀਂ ਚਲਾਉਂਦੇ ਜਾਂ ਬਾਕੀ ਜਿਹੜੀਆਂ ਗਲਤੀਆਂ ਉਹ ਨਹੀਂ ਕਰਦੇ। ਜੇ ਉਹ ਡਰ ਨਾ ਹੋਵੇ ਤਾਂ ਫਿਰ ਸ਼ਾਇਦ ਇੱਥੇ ਵੀ ਸਾਰਾ ਕੁਝ ਉਹੀ ਹੋਵੇ ਜਿਹੜਾ ਉਹਨਾਂ ਡਿਵੈਲਪਿੰਗ ਕੰਟਰੀ ਦੇ ਵਿੱਚ ਹੋ ਰਿਹਾ। ਕੀ ਇਹਦਾ ਮਤਲਬ ਇਹ ਲੈਣਾ ਚਾਹੀਦਾ ਕਿ ਅਸੀਂ ਇੱਕ ਮਨੁੱਖ ਵਜੋਂ ਹਜੇ ਉਹਨਾਂ ਅੱਗੇ ਨਹੀਂ ਵਧੇ, ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਫਾਈਨ ਦੀ, ਜੁਰਮਾਨੇ ਦੀ ਲੋੜ ਆ। ਅਤੇ ਜੇ ਸਰਕਾਰ ਜਾਂ ਇਹ ਇੱਕ ਸਾਡੀ ਕਮਿਊਨਿਟੀ ਦੀ ਗੱਲ ਨਹੀਂ ਹੈ, ਇੱਕ ਮਨੁੱਖੀ ਸੁਭਾਅ ਆ, ਇੱਕ ਮਨੁੱਖ ਦੀ ਪ੍ਰਵਿਰਤੀ ਆ, ਉਹਦੇ ਅੰਦਰ ਹੀ ਇਹ ਚੀਜ਼ ਪਈ ਆ ਕਿ ਉਹ ਇੱਦਾਂ ਕਹਿਣ ਦੇ ਉੱਤੇ ਨਹੀਂ। ਤੁਸੀਂ ਗੁਰਦੁਆਰਾ ਸਾਹਿਬ ਖੁੱਲ੍ਹਾ, ਦੀਵਾਲੀ ਦਾ ਦਿਨ ਆ, ਉੱਧਰ ਮਠਿਆਈਆਂ ਦੀ ਦੁਕਾਨ ਖੁੱਲ੍ਹੀ ਆ ਅਤੇ ਤੁਸੀਂ ਨਹੀਂ ਰੋਕ ਸਕਦੇ ਆਪਣੇ ਆਪ ਨੂੰ। ਅੱਧੇ ਵੀ ਰੁਕ ਜਾਣ, ਅੱਧੇ ਤੋਂ ਜੇ 25% ਵੀ ਜਾ ਰਹੇ ਆ ਤਾਂ 25% ਤਾਂ ਹੀ ਇੰਨਾ ਜ਼ਿਆਦਾ ਜਿਹੜੀ ਆ ਭੀੜ ਹੋ ਜਾਣੀ ਕਿ ਜਿਹੜੀ ਤੁਹਾਨੂੰ ਰਸ਼ ਕਰ ਦੇਊਗੀ। ਕਿ ਇਹ ਮਨੁੱਖ ਦਾ ਸੁਭਾਅ ਆ। ਹੁਣ ਕਿਸੇ ਨਾ ਕਿਸੇ ਤਰ੍ਹਾਂ ਕੀ ਤੁਹਾਨੂੰ ਲੱਗਦਾ ਵੀ ਸਰਕਾਰ ਨੂੰ ਹੁਣ ਸਖਤੀ ਦੋ ਲੋਕ ਕਹਿ ਰਹੇ ਕੁਛ 4-6 ਦਿਨ ਕਰ ਦੇਵੇ, ਉਹਦੇ ਤੋਂ ਬਾਅਦ ਇਹ ਸਾਰਾ ਕੁਝ ਠੀਕ ਠਾਕ ਹੋ ਜਾਊਗਾ। ਇੱਕ ਰਿਸਰਚ ਦੇ ਵਿੱਚ ਆਇਆ ਸੀ ਇੰਗਲੈਂਡ ਦੇ ਵਿੱਚ ਅਤੇ USA ਦੇ ਵਿੱਚ, ਉਹਨਾਂ ਨੇ ਖਾਸ ਤੌਰ 'ਤੇ ਵਾਰਨਿੰਗ ਦਿੱਤੀ ਸੀ ਕਿ ਜਿਹੜੇ ਸਾਊਥ ਏਸ਼ੀਅਨ ਅਤੇ ਅਫਰੀਕਨ ਆ ਇਹਨਾਂ ਦੇ ਉੱਤੇ ਕਰੋਨਾ ਜ਼ਿਆਦਾ ਹਮਲਾ ਕਰ ਰਿਹਾ। ਇਹਦੇ ਨਾਲ ਕਰੋਨਾ ਦੇ ਨਾਲ ਏਸ਼ੀਅਨ ਅਤੇ ਜਿਹੜੇ ਅਫਰੀਕਨ ਨੇ ਇਹ ਜ਼ਿਆਦਾ ਲੋਕ ਇਹਦੇ ਨਾਲ ਇਹਨਾਂ ਦਾ ਨੁਕਸਾਨ ਹੋ ਰਿਹਾ ਜਾਂ ਮੌਤਾਂ ਹੋ ਰਹੀਆਂ। ਇਸ ਕਰਕੇ ਇਹਨਾਂ ਨੂੰ ਜ਼ਿਆਦਾ ਕੇਅਰਫੁਲ ਰਹਿਣਾ ਚਾਹੀਦਾ। ਇਸ ਕਰਕੇ ਵੀ ਇਹ ਭਾਈਚਾਰੇ ਦੇ ਲਈ ਇਹ ਗੱਲ ਮਹੱਤਵਪੂਰਨ ਆ। ਕੁਛ ਲੋਕ ਕਹਿੰਦੇ ਵੀ ਇਹ ਨਹੀਂ, ਬੰਦ ਨਹੀਂ ਕਰਨਾ ਚਾਹੀਦਾ। ਕਰੋਨਾ ਹਟ ਵੀ ਗਿਆ ਤਾਂ ਉੱਦਾਂ ਬਹੁਤ ਕੁਛ ਜਿਹੜਾ ਨੁਕਸਾਨ ਹੋ ਜਾਣਾ ਆ, ਜਿਹੜਾ ਇਕੋਨਮੀ ਡੁੱਬ ਜਾਣੀ ਆ। ਫੈਡਰਲ ਗੌਰਮੈਂਟ ਕੈਨੇਡਾ ਦੀ ਪਹਿਲਾਂ ਹੀ ਹੱਥ ਖੜੇ ਕਰ ਚੁੱਕੀ ਹੈ ਵੀ ਸਾਰੇ ਪ੍ਰੀਮੀਅਰ ਆਪਣਾ ਸੋਚ ਲਓ, ਸਾਡੇ ਕੋਲੇ ਕੁਛ ਨਹੀਂ, ਕੱਲ੍ਹ ਨੂੰ ਸਾਡੇ ਕੋਲੇ ਹੱਥ ਨਾ ਮੰਗਿਓ। ਕੀ ਹੁਣ ਇਹ ਸੂਬਾ ਸਰਕਾਰਾਂ ਨੂੰ ਸਖਤੀ ਕਰ ਦੇਣੀ ਚਾਹੀਦੀ ਆ, ਕਾਨੂੰਨ ਲਾਗੂ ਕਰ ਦੇਣਾ ਚਾਹੀਦਾ ਵੀ ਸਾਰਾ ਕੁਛ ਬੰਦ, ਜਿਹੜਾ ਵੀ ਇੱਧਰ ਉੱਧਰ ਗਿਆ ਉਹਨੂੰ ਫਾਈਨ ਹੋਊਗਾ, ਫਿਰ ਸ਼ਾਇਦ ਇਹ ਸਾਰਾ ਕੁਛ ਠੀਕ ਠਾਕ ਹੋ ਜਾਊਗਾ। ਜਿੱਦਾਂ ਕੁਆਰੰਟਾਈਨ ਦਾ ਹੈਗਾ ਕਿ 2 ਹਫ਼ਤੇ ਤੁਹਾਨੂੰ ਆਈਸੋਲੇਟ ਰਹਿਣਾ ਪੈਣਾ ਜੇ ਤੁਸੀਂ ਬਾਹਰੋਂ ਆਏ ਹੋ, ਔਰ ਕਿੰਨਾ ਉਹਨਾਂ ਨੇ ਫਾਈਨ ਰੱਖਿਆ ਇਹਦੇ ਵਿੱਚ। ਉਸ ਫਾਈਨ ਤੋਂ ਡਰਦੇ ਹੀ ਲੋਕ ਘਰ ਦੇ ਵਿੱਚ ਰਹਿੰਦੇ ਆ। ਕੀ ਹੁਣ ਇਹ ਸਮਾਂ ਹੈਗਾ ਕਿ ਸਰਕਾਰ ਨੂੰ ਇਹ ਸਖਤ ਕਦਮ ਲੈਣਾ ਚਾਹੀਦਾ? ਤੁਹਾਡੇ ਵਿਚਾਰ ਅਸੀਂ ਆਪਣੇ ਫੇਸਬੁੱਕ ਦੇ ਉੱਤੇ ਕੌਮੈਂਟਸ ਦੇ ਵਿੱਚ ਜ਼ਰੂਰ ਦੇਖਣਾ ਚਾਹਾਂਗੇ। ਦੋੜਾ ਸਾਹਿਬ, ਤੁਹਾਨੂੰ ਕੀ ਲੱਗਦਾ ਹੁਣ ਸਰਕਾਰ ਨੂੰ ਸਖਤੀ ਕਰ ਦੇਣੀ ਚਾਹੀਦੀ ਹੈ? ਹਜੇ ਸਖਤੀ ਤੋਂ ਬਿਨਾਂ ਸਰਦਾ ਨਹੀਂ। ਜਿਹੋ ਜਿਹੇ ਅਸੀਂ ਕੰਟਰੀਆਂ 'ਚੋਂ ਆਏ ਹਾਂ ਉੱਥੋਂ ਸਾਡੀ ਇੱਕ ਇਹੋ ਜਿਹੀ ਪ੍ਰਵਿਰਤੀ ਬਣ ਚੁੱਕੀ ਆ ਕਿ ਅਸੀਂ ਜਿੰਨਾ ਚਿਰ ਡਰ ਨਹੀਂ ਹੁੰਦਾ ਸਾਨੂੰ, ਉਨਾ ਚਿਰ ਅਸੀਂ ਕੋਈ ਵੀ ਕੰਮ ਸਿੱਧਾ ਕਰਦੇ ਨਹੀਂ। ਪਰ ਦੂਜੇ ਪਾਸੇ ਸਖਤੀ ਇਹਦਾ ਹੱਲ ਵੀ ਹੈ ਨਹੀਂ। ਜੇ ਸਖਤੀ ਤਾਂ ਕਰੀ ਜਾਓਗੇ
20 ਨੂੰ 50 ਨੂੰ ਕਰਦੇ ਕਰਦੇ ਉਹ ਇੱਥੇ ਹਜ਼ਾਰਾਂ ਬੰਦਿਆਂ ਨੂੰ ਟਿਕਟਾਂ ਤਾਂ ਦੇ ਦੇਣਗੇ, ਜੁਰਮਾਨੇ ਹੋ ਜਾਣਗੇ, ਕੀਤੇ ਵੀ ਆ ਆਪਣੇ ontario ਦੇ ਵਿੱਚ ਕਰ ਰਹੇ ਆ। ਹਾਂਜੀ। ਪਰ ਉਹਦਾ ਹੱਲ ਫਿਰ ਜੇ ਅਸੀਂ ਉਹੀ ਕਰ ਲਿਆ ਵੀ ਇੰਨਾ ਪਹਿਲਾਂ ਹੀ ਇਕੋਨਮੀ ਤਾਂ ਡੁੱਬਣ ਲੱਗੀ ਆ, ਸਾਡੇ ਕੋਲ ਕੰਮਕਾਰ ਪਹਿਲਾਂ ਹੀ ਹਿੱਲੇ ਪਏ ਆ, ਫਿਰ ਜੇ ਉਹ 2500 ਜਾਂ 500 ਦੀ ਟਿਕਟ ਮਿਲਦੀ ਆ ਤਾਂ ਫਿਰ ਉਹ ਦੇ ਕੇ ਤਾਂ ਹੋਰ ਵੀ ਸਟ੍ਰੈਸ ਦੇ ਵਿੱਚ ਜਾਣਗੇ। ਕਿਉਂ ਨਹੀਂ ਉਹਦੇ ਨਾਲੋਂ ਆਪਾਂ ਨੂੰ ਐਜੂਕੇਟ ਉਹ ਕਰ ਰਹੇ ਆ, ਬਾਰ-ਬਾਰ ਸਾਨੂੰ ਵਾਰਨਿੰਗ ਦੇ ਰਹੇ ਆ, ਕਿਉਂ ਨਹੀਂ ਅਸੀਂ ਉਹਦੇ ਤੋਂ ਪਹਿਲਾਂ ਹੀ ਆਪਣਾ ਬਚਾਅ ਕਰਦੇ। ਹਰ ਬੰਦੇ ਨੂੰ ਇਹ ਸੋਚਣਾ ਚਾਹੀਦਾ ਵੀ ਮੈਨੂੰ ਕਿਸੇ ਵੇਲੇ ਵੀ ਇਹ ਬਿਮਾਰੀ ਚੁੰਬੜ ਸਕਦੀ ਆ, ਕਿਉਂਕਿ ਇਹ ਲਾਗ ਹੀ ਆ। ਬਿਲਕੁਲ। ਅਤੇ ਜੇ ਇੰਨਾ ਕੁ ਬਚਾਅ ਕਰੇ ਵੀ ਮੈਂ ਆਪ ਬਚਣਾ ਆ, ਦੂਜਾ ਵੀ ਜਿਹੜਾ ਨਾਲ ਬੈਠਾ ਉਹ ਵੀ ਕਹਿੰਦਾ ਵੀ ਮੈਂ ਬਚਣਾ ਆ, ਬਚਾਅ ਦੇ ਵਿੱਚ ਹੀ ਬਚਾਅ ਆ ਜੀ। ਪਰ ਜੇਕਰ ਫਿਰ ਉਹਨਾਂ ਨੇ ਦੂਜੇ ਤਰ੍ਹਾਂ ਹਟਾਏ ਫਿਰ ਉਹਦੇ ਵਿੱਚ ਇਕੱਲਾ ਹੀ ਨਹੀਂ, ਫਿਰ ਸਟਰੈਸ 'ਚ ਵੀ ਜਾਣਗੇ, ਫਿਰ ਉਹ ਧੱਕੇ ਦੇ ਨਾਲ ਅੰਦਰ ਬਣਨੇ ਵਾਲੀ ਗੱਲ ਹੀ ਆ। ਜਿੱਦਾਂ ਉੱਥੇ ਇੰਡੀਆ ਦੇ ਵਿੱਚ ਉਹ ਕੁੱਟ-ਕੁੱਟ ਕੇ ਬਾਟਦੇ ਸੀ, ਉਹ ਕੋਈ ਹੱਲ ਨਹੀਂ ਹੈਗਾ। ਫਿਰ ਦੂਜੇ ਪਾਸੇ ਨੂੰ ਲੋਕਾਂ ਨੇ ਕਹਿਣਾ ਵੀ ਇਹ ਕੀ ਕਰਦੇ ਆ ਨਾ। ਇੱਕ ਕਿਤੇ ਨਾ ਕਿਤੇ ਲੋਕਾਂ ਨੂੰ, ਇੱਕ ਸਾਡੇ ਜਿਹੜੇ ਸਰੋਤੇ ਨੇ ਉਹ ਲਿਖ ਵੀ ਰਹੇ ਨੇ, ਦਰਸ਼ਕ ਨੇ ਜਿਹੜੇ, ਭੁਪੇਸ਼ ਗੋਇਲ ਜੀ, ਉਹ ਕਹਿੰਦੇ ਵੀ ਲੋਕਾਂ ਨੂੰ ਇੱਦਾਂ ਲੱਗਦਾ 14 ਦਿਨ ਹੀ ਆ, ਘਰ ਰਹਿ ਲਾਂਗੇ, ਫਿਰ ਕੀ ਹੋਇਆ ਜੇ ਵੱਧ ਤੋਂ ਵੱਧ ਹੋ ਹੀ ਜਾਊਗਾ, 14 ਦਿਨ ਵੱਖਰੇ ਰਹਿ ਲਾਂਗੇ, ਇਹਦੇ ਨਾਲ ਕੀ ਹੋਣ ਲੱਗਾ ਵੀ ਹੁਣ ਕੰਮ ਥੋੜ੍ਹਾ ਛੱਡ ਦੇਣਾ। ਭਾਜੀ 14 ਦਿਨ ਤਾਂ ਠੀਕ ਆ, ਪਰ ਜਿਹਨੂੰ ਹੋ ਜਾਂਦਾ ਆ ਉਹਦੇ ਕੋਲੋਂ ਕਿਤੇ ਉਹ ਬੰਦਾ ਕੋਈ ਪੁੱਛ ਕੇ ਦੇਖੇ ਵੀ ਕੀ ਹਾਲ, ਕਿਸ ਭਾਵ ਵਿਕੀ ਆ। ਉਹ ਜਿਹੜੇ 14 ਦਿਨ ਆ, ਪਹਿਲੀ ਗੱਲ ਤਾਂ ਤੁਸੀਂ ਜੇ ਮਾਸਕ ਹੀ ਨਹੀਂ ਪਾ ਸਕਦੇ ਜਾਂ ਤੁਸੀਂ ਆਪਣਾ ਡਿਸਟੈਂਸ ਨਹੀਂ ਰੱਖ ਸਕਦੇ, ਆਪਣਾ ਬਚਾਅ ਪਹਿਲਾਂ ਖੁਦ ਨਹੀਂ ਕਰ ਸਕਦੇ, ਫਿਰ 14 ਦਿਨ ਦੇ ਵਿੱਚ ਫਿਰ ਧੱਕੇ ਨਾਲ ਹੀ ਆ, ਫਿਰ ਤੁਹਾਨੂੰ ਅੰਦਰ ਵੜਨਾ, ਫਿਰ ਘਰਦਿਆਂ ਨੇ ਵੀ ਨਹੀਂ ਪੁੱਛਣਾ। ਅਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਹਦੇ ਕਰੋਨੇ ਕਰਕੇ 70 ਵਿਸ਼ੇ ਆ, ਉਹਨਾਂ ਦਾ ਜਾਂ ਤਾਂ ਉਹਨਾਂ ਤੋਂ ਪਤਾ ਕਰਨਾ ਚਾਹੀਦਾ ਜਾਂ ਉਹਨਾਂ ਬਾਰੇ ਸੋਚ ਕੇ ਦੇਖਣਾ ਚਾਹੀਦਾ। ਦੂਜੀ ਗੱਲ ਆ ਵੀ ਜਿਸ ਹਿਸਾਬ ਨਾਲ ਦੱਸਿਆ ਜਾ ਰਿਹਾ, ਜਿਹਨੂੰ ਹੋ ਜਾਂਦਾ ਆ ਉਹ ਤਾਂ ਕਿਸੇ ਨੂੰ ਮਾਈਨਰ ਜਿਹਨੂੰ ਹੁੰਦਾ ਆ ਉਹ ਤਾਂ ਸੋਚ ਲੈਂਦਾ ਵੀ 14 ਦਿਨ ਕੱਢ ਲੈ ਮੈਂ, ਹੈ ਨਾ। ਅਤੇ ਜਿਹਨੂੰ ਅਸਲੀ ਹੁੰਦਾ ਆ ਉਹਦੇ ਤੋਂ ਪੁੱਛ ਕੇ ਦੇਖੋ ਵੀ ਕਿਹੜੇ ਹਾਲ 'ਚ ਉਹ ਨਿਕਲਦਾ, ਤਾਂ ਉਹ ਤੋਂ ਬਾਅਦ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਤੁਹਾਨੂੰ ਫੇਰ ਕਦੋਂ ਲੱਗ ਜਾਣੀਆਂ। ਹੁਣ ਉਹ ਜਿਸ ਹਿਸਾਬ ਨਾਲ ਵੀ ਆਕਸੀਜਨ ਨਾਲ ਜਾਂ ਕਿਸੇ ਤਰ੍ਹਾਂ ਵੀ ਆ ਉਹ ਜਦੋਂ ਦੇਣੀ ਪੈਂਦੀ ਆ ਹੋਸਪਿਟਲਾਂ ਦੇ ਵਿੱਚ ਵੈਂਟੀਲੇਟਰ 'ਤੇ, ਉਹ ਤੋਂ ਬਾਅਦ ਇੱਕ ਵਾਰ ਤਾਂ ਬਚ ਜਾਓਗੇ ਤੁਸੀਂ, ਦੁਬਾਰਾ ਵੀ ਉਹਦੇ ਚਾਂਸ ਹੈਗੇ ਹਨ। ਫਿਰ ਉਹ ਤੁਸੀਂ ਉਦੋਂ ਵੀ ਤਾਂ ਕਿਸੇ ਚੰਗੇ ਪਾਸੇ ਨੂੰ ਤੁਰਨਾ ਹੀ ਆ, ਤੋਬਾ ਕਰਨੀ ਆ, ਉਹ ਤੋਂ ਪਹਿਲਾਂ ਕਿਉਂ ਨਹੀਂ ਆਪਾਂ ਕਰ ਲੈਂਦੇ। ਇਹ ਦੂੜਾ ਸਾਹਿਬ ਗੱਲ ਉਹੀ ਆ, ਸੁਭਾਅ ਨਹੀਂ ਸਾਡਾ ਕਿਸੇ ਵੀ ਬੰਦੇ ਦਾ। ਹਾਂਜੀ। ਦੀਵਾਲੀ ਦੇ ਉੱਤੇ ਆਪਾਂ ਹੀ ਸੀਗੇ ਸਾਰੇ ਬਾਹਰ, ਤੁਸੀਂ ਅਸੀਂ ਸੀਗੇ, ਲੋਕ ਥੋੜ੍ਹੋ ਸੀ, ਅਸੀਂ ਸਾਰੇ ਸਵੀਟ ਸ਼ਾਪ ਦੇ ਉੱਤੇ ਗਏ ਆ, ਮਾਸਕ ਪਾ ਕੇ ਲਾਈਨ 'ਚ ਲੱਗੇ ਰਹੇ ਆ, ਜਾਂ ਬੜੇ ਘੱਟ ਲੋਕ ਸੀ ਜਿਨ੍ਹਾਂ ਨੇ ਸੋਚਿਆ ਵੀ ਨਾ ਕਰੀਏ, ਨਾ ਜਾਈਏ, ਬਚਾਅ। ਉਹ ਕਹਿੰਦੇ ਜੇ ਅਸੀਂ ਬਚਾਅ ਵੀ ਕਰ ਲਿਆ, ਕੋਈ ਹੋਰ ਗਰੋਸਰੀ ਲੈ ਕੇ ਆਉਂਦੇ ਆ, ਉੱਥੋਂ ਹੋ ਜਾਊਗਾ, ਕਿਸੇ ਹੋਰ ਥਾਂ ਤੋਂ ਹੋ ਜਾਊਗਾ, ਵੀ ਇਹ ਤਾਂ ਜੇ ਹੋਣਾ ਤਾਂ ਹੋਣਾ ਹੀ ਆ, ਨਹੀਂ ਹੋਣਾ ਤਾਂ ਨਹੀਂ ਹੋਣਾ। ਇਹ ਜਿਹੜੀ ਧਾਰਨਾ ਆ ਇਹ ਵੀ ਖਤਰਨਾਕ ਨਹੀਂ ਲੱਗਦੀ? ਇਹ ਖਤਰਨਾਕ ਪਹਿਲੀ ਗੱਲ ਤਾਂ ਆਪਣੀ ਸਿਹਤ ਲਈ ਆ। ਚਲੋ ਬਿਜ਼ਨਸਮੈਨਾਂ ਨੂੰ ਤਾਂ ਫਿਰ ਗੁੱਸਾ ਕਰਦੇ ਆ, ਕਿਉਂਕਿ ਉਹਨਾਂ ਦਾ ਬਿਜ਼ਨਸ ਆ, ਉਹਨਾਂ ਨੇ ਆਪਣੀ ਚੀਜ਼ ਵੇਚਣੀ ਆ। ਉਹਨਾਂ ਨੂੰ ਇਹੋ ਹੀ ਤਿਉਹਾਰਾਂ 'ਤੇ ਹੀ ਲਾਲਚ ਹੁੰਦਾ ਵੀ ਚੱਲ ਇਹ ਤਿਉਹਾਰ ਆਊਗਾ, ਹੁਣ ਆਹ ਆਊਗਾ ਅਤੇ ਇਹਦੇ 'ਤੇ ਸਾਡੀ ਮਠਿਆਈ ਆ ਜਾਂ ਜੋ ਵੀ ਆ ਖਾਣ ਪੀਣ ਦਾ ਸਮਾਨ ਉਹ ਵਿਕਣਾ ਅਤੇ ਵੇਚਣਾ ਵੀ ਆ ਅਗਲੇ ਨੇ। ਪਰ ਉਹ ਤੋਂ ਪਹਿਲਾਂ ਉਹ ਜਿੰਨੀ ਮਰਜ਼ੀ ਸੁਰੱਖਿਆ ਕਰ ਲੈਣ, ਕੀਤੀ ਵੀ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਉਹ 2 ਮੀਟਰ ਦਾ ਸਾਰਿਆਂ ਨੇ ਇੱਥੇ ਡਿਸਟੈਂਸ ਦੱਸਿਆ ਸੀ, ਵਿੱਚ ਅੰਦਰ ਵੀ ਵੜਦੇ ਸੀ ਤਾਂ ਉਹ 3-4 ਬੰਦੇ ਹੀ ਵੜਦੇ ਸੀਗੇ। ਪਰ ਜਿਹੜੀਆਂ ਬਾਹਰ ਐਡੀਆਂ ਲਾਈਨਾਂ ਲੱਗੀਆਂ ਆ, ਉਹਦੇ ਨਾਲ ਤੁਸੀਂ ਹੋਊਗਾ ਬਚਾਅ ਕਰਦੇ, ਪਰ ਜਿਹੜਾ ਉਹ ਦੇਖਣ ਵਾਲਾ ਦੂਜੇ ਭਾਈਚਾਰਿਆਂ ਦੇ ਵਿੱਚ ਉਹ ਦੇਖਣ ਨੂੰ ਮਿਸਾਲ ਮਿਲੀ ਆ, ਉਹਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਆਪਣੀ ਸੁਰੱਖਿਅਤ ਆਪਣੇ ਆਪ ਨੂੰ ਕਰ ਲਓ, ਪਰ ਦੂਜਿਆਂ ਦੇ ਦੇਖਣ ਜਿਹੜਾ ਲੰਘਦਾ ਸੀਗਾ ਗੱਡੀ ਦੇ ਵਿੱਚ ਜਾਂ ਕੀ ਸੀ, ਉਹ ਤਾਂ ਦੇਖ ਕੇ ਕਹਿੰਦਾ ਇਹਨੇ ਵੀ ਕਿਹੋ ਜਿਹੇ ਲੋਕ ਆ ਯਾਰ। ਉਹਨਾਂ ਨੇ ਤਾਂ ਦੇਖੀਆਂ ਹੀ ਆ ਨਾ, ਜਿਹੜੇ ਉਹਨਾਂ ਮੇਨ ਸਟਰੀਮ ਵਾਲਿਆਂ ਨੂੰ ਫੋਨ ਕਰਦੇ ਸੀ, ਮੀਡੀਏ ਨੂੰ ਜਾਂ ਕਿਸੇ ਨੂੰ ਆਪਣਾ ਟਵਿੱਟਰ 'ਤੇ ਸੀਗਾ ਟਵੀਟ ਕਰਦੇ ਸੀ, ਉਹਨਾਂ ਨੂੰ ਮਾੜਾ ਹੀ ਲੱਗਾ ਇਹਦਾ। ਮੰਨ ਲਓ ਕੋਈ ਗੱਲ ਤਾਂ ਮਾੜੀ ਲੱਗਦੀ ਹੋਊਗੀ, ਜੇ ਉਹਨਾਂ ਨੂੰ ਉਹ ਦੇਖਦੇ ਹੋਣਗੇ ਵੀ ਜੇ ਯਾਰ ਇੰਨੇ ਬੰਦੇ ਆ, ਇਹਨਾਂ ਦੇ ਵਿੱਚੋਂ ਇੱਕ ਨੂੰ ਵੀ ਹੋ ਗਿਆ, ਇਹ ਕਿੰਨਿਆਂ ਨੂੰ ਗਾਂਹ ਕਰਨਗੇ, ਉਹਦੇ ਨਾਲ ਫਿਰ ਬਾਕੀ ਸ਼ਹਿਰ ਦੇ ਵਿੱਚ ਕਿੰਨਾ ਫੈਲੂਗਾ। ਅੱਛਾ, ਇੱਕ ਜੇ ਪਛਾਣ ਦਾ ਮਸਲਾ ਨਹੀਂ ਆ ਕਿ ਆਪਣੀ ਗਿਣਤੀ ਭਾਵੇਂ ਸਾਰੀ ਚੀਜ਼ਾਂ ਕਿਤੇ ਵੀ ਲਾ ਲਓ ਇੰਨੀ ਜ਼ਿਆਦਾ ਨਹੀਂ ਆ, ਪਰ ਨੋਟਿਸ ਬਹੁਤ ਛੇਤੀ ਹੁੰਦਾ। ਖਾਸ ਕਰ ਤੁਸੀਂ ਦਸਤਾਰ ਸਜਾਈ ਆ, ਹੁਣ ਜਿਹੜੇ ਬੰਦੇ ਨੇ ਦਸਤਾਰ ਬੰਨ੍ਹੀ ਆ ਉਹ ਜਦੋਂ ਬਾਹਰ ਜਾਂਦਾ, ਜੇ ਉਹ ਥੋੜ੍ਹੇ ਵੀ ਆ ਗਿਣਤੀ ਦੇ ਵਿੱਚ, ਤਾਂ ਉਹ ਦਿਸਦੇ ਬਹੁਤੇ ਆ, ਵੀ ਉਹ ਇੱਦਾਂ ਲੱਗਦਾ ਵੀ ਇਹੀ ਸਾਰੀ ਦੇ ਵਿੱਚ ਤਾਂ ਇਹੀ ਫਿਰੀ ਜਾਂਦੇ ਆ। ਯਾਰ ਉਹੋ ਹੀ
ਕਿਉਂਕਿ ਪਹਿਲੀ ਗੱਲ ਤਾਂ ਹੁਣ ਆਪੇ ਹੀ ਆਪਾਂ ਕਹੀਦਾ ਕਈ ਵਾਰੀ ਵੀ ਮੇਨ ਸਟਰੀਮ ਦੇ ਵਿੱਚ ਉਹ ਕੋਈ ਨਾ ਕੋਈ ਬਹਾਨਾ ਲੱਭਦੇ ਰਹਿੰਦੇ ਆ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਬਦਨਾਮ ਕੀਤਾ ਜਾਵੇ। ਜੀ ਚਲੋ ਸਾਰੇ ਨਹੀਂ ਲੱਭਦੇ ਹੋਣਗੇ, ਪਰ ਹੈਗਾ ਆ ਨਾ ਵਿੱਚ ਕੁਛ ਤਬਕਾ ਇੱਦਾਂ ਦਾ। ਜੀ 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 ਬਿਲਕੁਲ। ਤੇ ਦੂਜੇ ਪਾਸੇ ਅਸੀਂ ਇੱਕ ਪਾਸੇ ਤਾਂ ਕਹਿੰਦੇ ਸਾਨੂੰ ਇੱਦਾਂ ਕਹੋ ਨਾ ਵੀ ਸਾਡਾ ਵੀ ਹੱਕ ਆ ਇੱਥੇ, ਦੂਜੇ ਪਾਸੇ ਅਸੀਂ ਜਿਹੜਾ ਸਾਡਾ ਹੱਕ ਤਾਂ ਸਾਨੂੰ ਪਤਾ ਆ, ਪਰ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਬਾਕੀਆਂ ਲਈ ਕਿੰਨੇ ਖਤਰਨਾਕ ਹੋ ਰਹੇ ਹਾਂ। ਅਸੀਂ ਆਪ ਹੀ ਉਹਨਾਂ ਦੇ ਮੂਹਰੇ ਪੇਸ਼ ਕਰਦੇ ਹਾਂ ਆਪਣੀਆਂ ਇਹੋ ਜਿਹੀਆਂ ਉਦਾਹਰਨਾਂ। ਇੱਕ ਤਾਂ ਹੈਗਾ ਹੋਰ, ਇੱਕ ਹੈਗਾ ਵੀ ਬਾਕੀ ਵੀ ਹੈਗੇ ਪਰ ਉਹ ਦਿਸਦੇ ਨਹੀਂ, ਆਪਣੇ ਜ਼ਿਆਦਾ ਦਿਸ ਜਾਂਦੇ ਆ। ਕਿਉਂਕਿ ਸਾਡਾ ਇੱਕ ਲੋਕਾਂ ਦੇ ਵਿੱਚ ਵਿਚਰਨ ਦਾ ਵੀ ਢੰਗ ਤਰੀਕਾ ਵੱਖਰਾ ਨਾ। ਹੁਣ ਜੇ ਆਪਾਂ ਇਕੱਠ ਵੀ ਕਰਦੇ ਹਾਂ ਉੱਥੇ ਵੀ ਰੌਲਾ ਪੈਣਾ ਪੂਰਾ। ਜੇ ਭਾਵੇਂ ਕਿ ਲਾਗੇ ਲਾਗੇ 4 ਜਣੇ ਹੀ ਖੜੇ ਆ, ਜੇ ਗੱਲ ਕਰਨੀ ਅਸੀਂ ਉਹ ਵੀ ਉੱਚੀ ਕਰਨੀ ਆ। ਦੂਜੀ ਗੱਲ ਆ ਪਹਿਲਾਂ ਚੇਤਾ ਹੁੰਦਾ ਆ ਵੀ ਅਸੀਂ ਡਿਸਟੈਂਸ ਰੱਖਣਾ ਆ, ਹੌਲੀ ਹੌਲੀ ਗੱਲ ਕਰਦੇ ਕਰਦੇ ਫੇਰ ਲਾਗੇ ਹੋ ਤੁਰਦੇ ਇੱਕ ਦੂਏ ਦੇ। ਉਹ ਹੁਣ ਤੁਰਿਆ ਜਾਂਦਾ ਜਾਂ ਕੋਈ ਕਾਰ 'ਚ ਜਾਂਦਾ, ਹੁਣ ਫੋਟੋ ਖਿੱਚ ਲਈ ਜੀ, ਉਹਨੂੰ ਵਾਇਰਲ ਕਰਤੀ ਕਿਤੇ ਵੀ, ਤੇ ਉਹਦੇ ਨਾਲ ਤਾਂ ਉਸ ਵੇਲੇ ਤਾਂ ਨਹੀਂ ਕਹਿਣਾ ਵੀ ਹੁਣੇ ਹੀ ਕਿਤੇ ਗੱਲ ਕਰਦੇ ਐਂ ਲਾਗੇ ਨੂੰ ਹੋਏ ਸੀਗੇ। ਉਹਨਾਂ ਤਾਂ ਖੜਿਆਂ ਨੂੰ ਦਿਖਾਉਣਾ ਵੀ ਆਹ ਦੇਖ ਲਓ ਵੀ ਕਿੰਨੀ ਕੁ ਸੇਫਟੀ ਕਰਦੇ ਆ। ਇਹੋ ਜਿਹੀਆਂ ਗੱਲਾਂ। ਦੂਜੀ ਗੱਲ ਆ ਹੁਣ ਪਟਾਕੇ ਸੀਗੇ, ਉਹ ਵੀ ਤਾਂ ਕੋਵਿਡ-19 ਕਰਕੇ ਸਾਰਿਆਂ ਨੇ ਬੰਦ ਕੀਤੇ ਵੀ ਨਹੀਂ ਚਲਾਉਣੇ ਨਹੀਂ ਚਲਾਉਣੇ। ਉਹ ਵੀ ਦੇਖ ਲਓ ਵੀ 3 ਵਜੇ ਤੋਂ ਹੀ ਸ਼ੁਰੂ ਹੋ ਗਏ ਸੀ ਆਪਣੇ, ਚੱਲ ਕੇ ਤਾਂ ਮੇਰਾ ਖਿਆਲ ਆ 1-2 ਵਜੇ ਤੱਕ ਚੱਲਦੇ ਰਹੇ ਆ। ਹਾਂ ਠੀਕ ਆ, ਗੁਰਦੁਆਰਾ ਸਾਹਿਬਾਨਾਂ ਨੇ ਬਹੁਤ ਵਧੀਆ ਕੀ ਕੀਤਾ ਸੀਗਾ ਵੀ ਪਹਿਲਾਂ ਹੀ ਉਹਨੇ ਨਾਂਹ ਕਰ ਦਿੱਤੀ ਸੀ, ਮੰਦਰਾਂ ਦੇ ਵਿੱਚ ਕਰਤੀ ਸੀ, ਹੋਰ ਵੀ ਚਲੋ ਧਾਰਮਿਕ ਅਦਾਰੇ ਸੀ, ਪਰ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਅਸੀਂ ਥੋੜ੍ਹੋ ਹਟੇ ਆ। ਜੇ ਦੀਵੇ ਯਾਰ ਉਸੇ ਦਿਨ ਹੀ ਕਿਤੇ ਜਗਾ ਕੇ ਥੋੜ੍ਹੋ ਅਸੀਂ ਕੀ ਕਰ ਲੈਣਾ ਹੈ ਨਾ। ਤੁਸੀਂ ਇੱਕ ਦੀਵਾ ਘਰੇ 2 ਜਗਾ ਲਓ, ਜਿਹੜੇ ਜਗਾਉਣੇ ਉੱਥੇ ਗੁਰਦੁਆਰਾ ਸਾਹਿਬ ਉਸ ਦਿਨ ਰੋਕ ਲਓ, ਮੰਦਿਰ 'ਚ ਰੋਕ ਲਓ ਹੈ ਨਾ। ਉਹ ਦੂਜੇ ਪਟਾਕੇ ਆ, ਪਟਾਕੇ ਜੇ ਰੋਕਿਆ, ਪਟਾਕੇ ਚਲਾਉਣ ਲਈ ਵੀ ਤਾਂ ਇਕੱਠੇ ਹੀ ਹੋਵਾਂਗੇ ਤਾਂ ਹੀ ਚੱਲਣੇ ਆ। ਜਾਣੀ ਅਸੀਂ ਕਾਨੂੰਨ ਨੂੰ ਭੰਗ ਕਰਕੇ ਬਹੁਤ ਖੁਸ਼ ਹਾਂ। ਉਹਦੇ ਵਿੱਚ ਹੁਣ ਆ ਜਿਹੜੇ ਪਟਾਕਿਆਂ ਦਾ ਸੀ, ਇਹ ਨਹੀਂ ਮੈਂ ਕਹਿੰਦਾ ਵੀ ਸਾਡੇ ਆਹ ਇੰਡੀਆ ਦੇ ਜੰਮਿਆਂ ਨੇ ਜਾਂ ਪਾਕਿਸਤਾਨੀਆਂ ਦੇ ਜੰਮਿਆਂ ਨੇ ਉਹਨਾਂ ਨੇ ਕੀਤਾ ਜਾਂ ਹੋਰ ਕਿਸੇ ਨੇ, ਉਹ ਇੱਥੇ ਦੇ ਵੀ ਜੰਮ ਪਲਿਆ, ਉਹਨਾਂ ਨੂੰ ਵੀ ਨਿਆਣਿਆਂ ਨੂੰ ਇਹੋ ਹੀ ਆ ਵੀ ਹੋਰ ਕੁਛ ਕਰਨ ਨਾ ਕਰਨ, ਉਹਨਾਂ ਪਟਾਕੇ ਚਲਾਉਣ ਨੂੰ ਉਹ ਵੀ ਸ਼ੇਰ ਆ। ਇੱਦਾਂ ਹੀ ਹੁਣ ਜਿਹੜੇ ਹੋਰ ਵੀ ਆ ਇੰਡੀਆ ਤੋਂ ਆਇਆ ਹੁੰਦਾ, ਉਹਨੂੰ ਪਹਿਲਾਂ ਆਉਂਦੇ ਨੂੰ ਕੋਈ ਮਸੀਂ ਇੱਥੇ ਫੰਕਸ਼ਨ ਜਾਂ ਕੋਈ ਤਿਉਹਾਰ ਆਉਂਦਾ, ਉਹ ਵੀ ਅੱਖ ਬਚਾ ਕੇ ਅਗਲੇ ਲਾਪਰਵਾਹੀ ਨਾਲ ਕਰਦੇ ਹੀ ਕਰਦੇ ਆ। ਹਾਂ ਉਹ ਠੀਕ ਹੈ, ਉਹ ਜਦੋਂ ਕਿਸੇ ਦੀ ਵੀਡੀਓ ਬਣ ਜਾਂਦੀ ਜਾਂ ਫੋਟੋ, ਫਿਰ ਉਹ ਬਦਨਾਮ ਹੋ ਜਾਂਦਾ, ਦੂਜਾ ਬਚ ਜਾਂਦਾ। ਪਰ ਕੀਤੀ ਆ ਔਰ ਸ਼ਰੇਆਮ ਹੋਈ ਆ। ਮੈਨੂੰ ਤਾਂ ਇਹੋ ਹੀ ਲੱਗਦਾ ਵੀ ਜਿੰਨਾ ਚਿਰ ਆਪਾਂ ਆਪਣਾ ਬਚਾਅ ਨਹੀਂ ਖੁਦ ਨਹੀਂ ਕਰਨਾ ਸਿੱਖਦੇ, ਜਾਂ ਇਹ ਮੈਂ ਜਿਹੜੀ ਆ ਵਿੱਚੋਂ ਨਹੀਂ ਕੱਢ ਕੇ ਕਿ ਯਾਰ ਇਹ ਆ ਔਖੀ ਘੜੀ ਆ, ਇਹਨੂੰ ਔਖੀ ਘੜੀ 'ਤੇ ਬਚਾ ਲਿਆ ਜਾਵੇ, ਆਪ ਵੀ ਬਚ ਜਾਓ, ਦੂਜਾ ਵੀ ਜਾਣੀ ਦੂਏ ਨੂੰ ਵੀ ਬਚਾਓ। ਫਿਰ ਆਪਾਂ ਮੁੜ ਕੇ ਦੂਜੇ ਪਾਸੇ ਆ ਕੇ ਕਹਿੰਦੇ ਸਾਡੀਆਂ ਖਬਰਾਂ ਲੱਗਦੀਆਂ, ਤੇ ਉਹ ਤਾਂ ਲੱਗਣਗੀਆਂ ਹੀ। ਅੱਛਾ, ਇਹਦੇ 'ਚ ਡਰ ਵੀ ਆ। ਇੱਦਾਂ ਲੱਗਦਾ ਅਸਲ 'ਚ ਜਿਹੜੇ ਹੁਣ ਕੇਸ ਸਾਡੇ ਸਾਹਮਣੇ ਆ ਰਹੇ ਆ, ਇਹ ਕੋਈ ਅੱਜ ਕੱਲ੍ਹ ਤਾਂ ਹੋਏ ਨਹੀਂ, ਇਹ ਤਾਂ 5-7 ਦਿਨ, ਹਫ਼ਤਾ 10 ਦਿਨ ਪਹਿਲਾਂ, 15 ਦਿਨ ਪਹਿਲਾਂ ਦੇ ਕਿਤੇ, ਜਾਂ ਹਫ਼ਤਾ ਪਹਿਲਾਂ ਦੇ ਹੋਏ ਆ। ਤੇ ਹੁਣ ਜਿਹੜਾ ਜੋ ਕੁਛ ਆ ਇਕੱਠ ਹੋਏ ਆ, ਇਹਦੇ ਨਤੀਜੇ ਇਹਦੇ ਆਉਣੇ ਆ ਜੀ, ਹਲੇ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆਉਣਗੇ। ਇੱਕ ਇੱਦਾਂ ਲੱਗਦਾ ਵੀ ਜਦੋਂ ਇਹ ਹੋ ਗਿਆ ਥੋੜ੍ਹਾ ਜਿਹਾ, ਉਹਦੇ ਤੋਂ ਬਾਅਦ ਇੱਕ ਡਰ ਪੈਦਾ ਹੋ ਜਾਂਦਾ ਵੀ ਮੇਰੇ ਫਲਾਣੇ ਰਿਸ਼ਤੇਦਾਰ ਨੂੰ ਵੀ ਹੋ ਗਿਆ, ਫਲਾਣੇ ਦੋਸਤ ਨੂੰ ਵੀ ਹੋ ਗਿਆ, ਇਹ ਹੋ ਸਕਦਾ। ਖਾਸ ਕਰ ਜਿਨ੍ਹਾਂ ਦੇ ਘਰ ਦੇ ਵਿੱਚ ਬਜ਼ੁਰਗ ਆ ਜਾਂ ਬੱਚੇ ਆ, ਉਹਨਾਂ ਤੋਂ ਬੰਦਾ ਡਰਦਾ ਵੀ ਹੁਣ ਜਦੋਂ ਸਾਨੂੰ ਜਿੰਨਾ ਚਿਰ ਸਰਕਾਰ ਕਹਿੰਦੀ ਆ ਜਾਂ ਕੋਈ ਵਿਅਕਤੀ ਕਹਿੰਦਾ, ਉਹਨਾਂ ਚਿਰ ਨਹੀਂ ਅਸੀਂ ਕਰਦੇ। ਪਰ ਜਦੋਂ ਸਾਡੇ ਸਾਹਮਣੇ ਅਸਲ 'ਚ ਤਸਵੀਰ ਆਉਣ ਲੱਗ ਪਈ ਵੀ ਫਲਾਣੇ ਦਾ ਫਲਾਣਾ ਇਹਦੇ ਨਾਲ ਚੜ੍ਹਾਈ ਕਰ ਗਿਆ, ਫਲਾਣੇ ਦਾ ਫਲਾਣਾ ਹੌਸਪੀਟਲ 'ਚ ਆ, ਫਿਰ ਅਸੀਂ ਇਹਦੇ ਤੋਂ ਡਰਦੇ ਹਾਂ। ਅਤੇ ਹੁਣ ਲੋਕ ਆਪਣੇ ਆਪ ਹੀ ਇਹਦੇ ਤੋਂ ਡਰ ਕੇ, ਜਦੋਂ ਅੰਕੜੇ ਇੰਨੇ ਵੀ 2003 ਦਿਨਾਂ ਦਾ ਜਿਹੜਾ ਨੰਬਰ ਸਾਡੇ ਸਾਹਮਣੇ ਆ ਗਿਆ, ਇਹਦੇ ਤੋਂ ਲੋਕ ਡਰ ਕੇ ਹੁਣ ਆਪੇ ਹੀ ਥੋੜ੍ਹਾ ਖਿਆਲ ਰੱਖਣ ਲੱਗ ਜਾਣਗੇ ਅਤੇ ਹਾਲਾਤ ਠੀਕ ਹੋ ਜਾਣਗੇ। ਦੇਖੋ ਜੀ, ਹਾਲਾਤ ਠੀਕ ਹੋਣੇ ਹੀ ਤਾਂ ਆ ਜਸਕਰਨ ਜੀ, ਜੇ ਉਹ ਤੋਂ ਬਚਾਅ ਕਰਨਾ ਸ਼ੁਰੂ ਹਰ ਇੱਕ ਬੰਦਾ ਹੀ ਕਰ ਦਊਗਾ। ਹੁਣ ਸਕੂਲੇ ਜਾਂਦੇ ਆ ਬੱਚੇ, ਸਕੂਲੋਂ ਹੋ ਗਿਆ ਕਿਸੇ ਨੂੰ, ਉਹਨੇ ਘਰ ਆਉਣਾ ਤੇ ਘਰ ਦੇ ਸਾਰੇ ਮੈਂਬਰਾਂ ਨੂੰ ਆਪੇ ਹੋਣਾ ਅੱਗੇ ਤੋਂ ਅੱਗੇ। ਬਿਲਕੁਲ। ਜੇ ਅਸੀਂ ਹੁਣ ਇਹ ਵੀ ਨਹੀਂ ਗਾ ਵੀ ਗਰੋਸਰੀ ਲੈਣ ਨਾ ਜਾਈਏ, ਜੀ ਗਰੋਸਰੀ ਲੈਣ ਵੀ ਜਾਣਾ ਪੈਣਾ, ਕੋਈ ਹੋਰ ਵੀ ਸਮਾਨ ਆ ਜਿਹੜਾ ਵੀ ਘਰੇਲੂ, ਉਹਦੇ ਬੱਲੇ ਵੀ, ਪਰ ਉੱਥੋਂ ਬਚਾਅ ਤਾਂ ਕਰਦੇ ਆ, ਪਰ ਜੇ ਉੱਥੋਂ ਹੋ ਗਿਆ ਉਹ ਵੀ ਲਾਗ ਲੱਗ ਕੇ ਆਉਣੀ ਤਾਂ ਘਰੇ ਹੀ ਆ। ਬਿਲਕੁਲ। ਜਦੋਂ ਇੱਕ ਘਰ ਦੇ ਮੈਂਬਰ ਨੂੰ ਹੁੰਦਾ ਆ ਤੇ ਉਹ ਤੋਂ ਬਾਅਦ ਫਿਰ ਬਾਕੀਆਂ ਦੀ ਟੈਨਸ਼ਨ ਤਾਂ ਵੱਧ ਜਾਂਦੀ ਹੈ ਨਾ, ਭਾਵੇਂ ਬਚਾਅ ਹੀ ਮਤਲਬ ਆਪਣੇ ਆਪ ਨੂੰ ਕਰੇ ਤੇ ਨਾ ਵੀ ਹੋਵੇ ਉਹਨਾਂ ਨੂੰ। ਇਸੇ ਕਰਕੇ
ਮੇਰੇ ਹਿਸਾਬ ਨਾਲ ਇਹੋ ਹੀ ਲੱਗਦਾ ਵੀ ਯਾਰ ਸੁਧਰ ਜਾਈਏ, ਹੱਲੇ ਵੀ ਸੁਧਰ ਜਾਈਏ। ਅਸੀਂ ਵੀ ਵਿੱਚੇ ਹੀ ਆ। ਬਿਲਕੁਲ ਬਿਲਕੁਲ, ਅਸੀਂ ਵੀ ਵਿੱਚ ਹੀ ਆ। ਅਸੀਂ ਇਹ ਨਹੀਂ ਕਹਿੰਦੇ ਕਿਸੇ ਨੂੰ ਟਾਰਗੇਟ ਕਰਕੇ ਵੀ ਤੁਸੀਂ ਆ ਜਾਂ ਕਿੱਦਾਂ ਆ, ਆਪਾਂ ਸਾਰੇ ਹੀ ਆ। ਆਪਾਂ ਗੱਲਾਂ ਕਰਨ ਦਾ ਦੂਸਰੇ ਲੋਕਾਂ ਨੂੰ, ਦੂਸਰੀਆਂ ਕਮਿਊਨਿਟੀਆਂ ਨੂੰ ਨਾ ਮੌਕਾ ਦਈਏ। ਦੇਖੋ ਜੇ ਉਹ ਹੋਣਾ ਹੋਇਆ ਉਹ ਤਾਂ ਸ਼ਾਇਦ ਉੱਦਾਂ ਵੀ ਹੋ ਜਾਵੇ, ਪਰ ਜਦੋਂ ਅਸੀਂ ਉਹਨਾਂ ਨੂੰ ਸਾਰਾ ਕੁਝ ਸਾਹਮਣੇ ਦਿਖਾਉਂਦੇ ਆ। ਪਹਿਲਾਂ ਕਹਿੰਦੇ ਹੁੰਦੇ BC ਦੇ ਵਿੱਚ ਇੰਨੇ ਕੇਸ ਆ ਗਏ, BC 'ਚ ਆ ਗਏ, ਫਿਰ BC ਤੋਂ ਬਾਅਦ 'ਚ ਲੋਕੀ ਕਹਿਣ ਲੱਗ ਪਏ ਵੀ ਸਾਨੂੰ ਦੱਸੋ ਕਿਹੜੇ ਏਰੀਏ 'ਚ ਜ਼ਿਆਦਾ, ਕਿਹੜੇ 'ਚ। ਹੁਣ ਤਾਂ ਉਹਨਾਂ ਨੇ ਸਾਡੇ ਘਰ ਤੱਕ ਪਹੁੰਚ ਗਏ ਆ। ਹੁਣ ਜਦ ਸਿਟੀ ਤੇ ਇਕੱਲਾ ਇਕੱਲਾ ਦੱਸੀ ਜਾਂਦੇ, ਹੁਣ ਤਾਂ ਇਹੋ ਹੀ ਇੱਕ ਰਹਿ ਗਿਆ ਦੱਸਣਾ ਵੀ ਨਿਊਟਨ 'ਚ ਕਿੰਨੇ ਆ, ਤਾਂ ਬਾਲੀ 'ਚ ਕਿੰਨੇ, ਤਾਂ ਇੱਧਰ ਆਪਣੇ ਵਾਈਟ ਰੌਕ ਵਾਲੇ ਪਾਸੇ ਕਿੰਨੇ ਆ, ਤਾਂ ਸਾਊਥ ਸਰੀ ਜਾਂ ਨੌਰਥ ਸਰੀ 'ਚ ਕਿੰਨੇ ਆ, ਹੈ ਨਾ ਜੀ। ਤਾਂ ਫਿਰ ਵੀ ਤਾਂ ਜਦੋਂ ਉੱਥੇ ਤੱਕ ਪਹੁੰਚ ਗਿਆ ਫਿਰ ਵੀ ਸਮਝਾਂਗੇ ਵੀ ਸਾਨੂੰ ਹੀ ਕਹਿੰਦੇ। ਤੇ ਬਚਾਅ ਕਰ ਲਓਗੇ ਤਾਂ ਚੰਗਿਆ, ਨਹੀਂ ਤਾਂ ਫਿਰ ਪਤਾ ਹੀ ਆ, ਫਿਰ ਵੱਧਦਾ ਹੀ ਆ। ਬਿਲਕੁਲ। ਦੂਜੀ ਗੱਲ ਪਹਿਲਾਂ ਅਸਲ ਦੇ ਵਿੱਚ ਜਦੋਂ ਨਵੀਂ ਇਹ ਚੀਜ਼ ਸੀਗੀ ਨਾ, ਜਦੋਂ ਪਹਿਲੀ ਵੇਵ ਸੀਗੀ, ਲੋਕਾਂ ਨੂੰ ਬੜਾ ਡਰ ਸੀ ਇਹਦੇ 'ਚ, ਪੂਰੀ ਦੁਨੀਆ ਦੇ ਵਿੱਚ ਡਰ ਫੈਲ ਗਿਆ ਸੀ। ਪਰ ਉਹਦੇ ਤੋਂ ਬਾਅਦ ਜਦੋਂ ਇਹ ਠੀਕ ਹੋ ਗਈ, ਫਿਰ ਲੋਕਾਂ ਨੂੰ ਲੱਗਿਆ ਵੀ ਇਹ ਤਾਂ ਗੱਲ ਹੀ ਕੁਛ ਨਹੀਂ, ਵੀ ਇਹ ਤਾਂ ਠੀਕ ਹੋ ਗਈ ਆ, ਹੌਲੀ ਹੌਲੀ ਇਹ ਬਸ ਮਾੜਾ ਮੋਟਾ ਸੀਗਾ, ਇੱਦਾਂ ਹੀ ਠੀਕ ਹੋ ਜਾਣਾ। ਤੁਹਾਨੂੰ ਲੱਗਦਾ ਵੀ ਉਹ ਜਿਹੜਾ ਪਹਿਲੇ ਚੱਕਰ ਦੇ ਵਿੱਚ BC ਦਾ ਕਾਫੀ ਠੀਕ ਰਹਿਣਾ, ਜਾਂ ਵੈਨਕੂਵਰ ਸਰੀ ਆ ਜਿਹੜਾ ਏਰੀਆ ਸੀਗਾ, ਇੱਥੇ ਕਾਫੀ ਠੀਕ ਰਹਿਣਾ, ਇਹਨੇ ਵੀ ਲੋਕਾਂ ਦੀ ਜੱਕ ਖੋਲ੍ਹ ਦਿੱਤੀ ਵੀ ਨਹੀਂ ਇਹ ਤਾਂ ਪ੍ਰਵਾਹ ਵਾਲੀ ਗੱਲ ਹੀ ਕੋਈ ਨਹੀਂ। ਜਿਹਨੂੰ ਵੀ ਹੁੰਦਾ ਉਹ ਕਹਿੰਦੇ 14 ਦਿਨ ਘਰ ਰਹਿ, ਮੁੜ ਕੇ ਫਿਰ ਉਹ ਬਿਜ਼ਨਸ ਵੀ ਖੁੱਲ੍ਹਾ ਤੇ ਲੋਕ ਵੀ ਉੱਥੇ ਜਾਈ ਜਾਂਦੇ, ਕੋਈ ਗੱਲ ਹੀ ਨਹੀਂ ਹੈ। ਇਹ ਗੱਲ ਇਹੋ ਹੀ ਆ ਜੀ, ਜਿਹੜੀ ਰੋਜ਼ ਦਾ ਡਰਾਵਾ ਹੁੰਦਾ ਨਾ, ਉਹ ਪਹਿਲਾਂ ਬੰਦਾ ਡਰਦਾ ਬਹੁਤ ਆ। ਕੁਛ ਵੀ ਗਲਤ ਹੁੰਦਾ ਆ ਜੀ, ਪਹਿਲਾਂ ਜਾਨ ਪਿਆਰੀ ਬੰਦੇ ਨੂੰ ਬਹੁਤ ਪਹਿਲਾਂ ਹੁੰਦੀ ਆ। ਹੁਣ ਇੱਕ ਸੱਪ ਹੀ ਹੁੰਦਾ, ਸੱਪ ਤੋਂ ਕਿੰਨੀ ਜਨਤਾ ਡਰਦੀ ਆ, ਹਰ ਇੱਕ ਡਰਦਾ। ਬਿਲਕੁਲ। ਉਹ ਜਦੋਂ ਇੱਕ ਅੱਧੀ ਵਾਰੀ ਉਹਨੂੰ ਮਾਰ ਲੈਂਦਾ, ਫਿਰ ਉਹਦਾ ਥੋੜ੍ਹਾ ਡਰ ਚੱਕਿਆ ਜਾਂਦਾ ਜੀ। ਉਹ ਤੋਂ ਬਾਅਦ ਫਿਰ ਆ ਉਹ ਇੱਕ ਦੋ ਵਾਰੀ ਉਹਨੂੰ ਪਿੰਡਾਂ 'ਚ ਹੁੰਦੇ ਸੀ ਮਾਰੀ ਗਏ, ਫਿਰ ਮੁੜ ਕੇ ਐਸਾ ਹੁੰਦਾ ਫਿਰ ਸੱਪ ਤੋਂ ਇੰਨਾ ਨਹੀਂ ਸੀ ਡਰਦੇ। ਬੇਸ਼ੱਕ ਉਹ ਖਤਰਨਾਕ ਓਨਾ ਹੀ ਸੀਗਾ ਜਿੰਨਾ ਪਹਿਲਾਂ ਸੀਗਾ। ਉਹੀ ਗੱਲ ਆ ਵੀ ਹੁਣ ਇਹ ਜਿਹੜੀਆਂ ਇੰਨੀ ਆਪਣੀ ਵੇਵ ਚੱਲੀ ਸੀਗੀ, ਉਹ ਤੋਂ ਬਾਅਦ ਉਹ ਲੋਕੀ ਹੋਣ ਲੱਗ ਪਏ ਠੀਕ। ਫਿਰ ਮੁੜ ਕੇ ਇਹ ਆ ਗਿਆ ਦਿਮਾਗ ਦੇ ਵਿੱਚ ਵੀ ਇਹ ਤਾਂ ਬਜ਼ੁਰਗ ਹੀ ਯਾਰ, ਜਿੰਨੇ ਕੁ ਮਰੇ ਆ ਬੰਦੇ, ਬਾਕੀ ਤਾਂ ਬੜੇ ਸੋਹਣੇ 14 ਦਿਨ ਤੋਂ ਬਾਅਦ ਸਹੀ ਹੋਈ ਜਾਂਦੇ ਆ। ਅੱਛਾ, ਇੱਕ ਦੂੜਾ ਸਾਹਿਬ ਹੋਰ ਗੱਲ ਆ ਸਾਡੇ ਵਿੱਚ ਜਿਹੜੀ ਕਿ ਮੰਨ ਲਓ ਕੋਈ ਹੱਥ ਮਿਲਾਉਣੇ ਕਿਸੇ ਨਾਲ ਆਪਾਂ, ਹਾਂਜੀ, ਅਗਲਾ ਅਗਲਾ ਮੂਹਰਿਓਂ ਹੱਥ ਜੋੜ ਦਿੰਦਾ ਵੀ ਨਹੀਂ ਕਰੋਨਾ ਦੂਰ, ਉਹਨੂੰ ਟਿੱਚਰ ਜੀ ਕਰਕੇ ਨਹੀਂ ਲੈ ਇਹ ਕਿਹੜੀ ਗੱਲ ਆ, ਐਵੇਂ ਡਰੀ ਜਾਂਦਾ, ਇਹ ਤਾਂ ਡਰਪੋਕ ਆ। ਜਾਂ ਇਹ ਜਿਹੜਾ ਸੁਭਾਅ ਆ ਕਿ ਜਿਹੜਾ ਬੰਦਾ ਇਸ ਗੱਲ ਜਿਹੜਾ ਵਿਚਾਰ ਰੱਖ ਰਿਹਾ, ਕਿਸੇ ਨੇ ਮਾਸਕ ਪਾ ਲਿਆ ਜਾਂ ਕੋਈ ਥੋੜ੍ਹਾ ਜਿਹਾ ਘਰੋਂ ਨਹੀਂ ਨਿਕਲਿਆ ਵੀ ਨਹੀਂ ਯਾਰ ਮੈਂ ਨਹੀਂ ਨਿਕਲਣਾ, ਉਹਨੂੰ ਇਹ ਕਹਿਣਾ ਵੀ ਭਾਈ ਇਹ ਤਾਂ ਡਰਪੋਕ ਆ, ਤੈਨੂੰ ਤਾਂ ਲੈ ਤੂੰ ਤਾਂ ਐਵੇਂ ਡਰ ਗਿਆ, ਉਹ ਡਰ ਗਿਆ ਕਰੋਨੇ ਤੋਂ, ਲੈ ਇਹ ਬਹੁਤ ਡਰਦਾ ਆ। ਉਹ ਜਿਹੜੀ ਅਗਲਾ ਚੰਗਾ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹਨੂੰ ਵੀ ਇੱਦਾਂ ਪੇਸ਼ ਕਰਨਾ ਵੀ ਜਿੱਦਾਂ ਇਹ ਬਹੁਤ ਮਾੜੀ ਗੱਲ ਕੋਈ ਕਰੀ ਜਾ ਰਿਹਾ ਸਮਾਜ ਦੇ ਲਈ, ਜਾਂ ਇਹ ਬੰਦਿਆਂ ਦੀ ਲਾਈਨ ਦੇ ਵਿੱਚੋਂ ਹੀ ਇਹ ਤਾਂ ਪਾਸੇ ਚਲੇ ਗਿਆ, ਪੰਜਾਬੀਆਂ ਦਾ ਸੁਭਾਅ ਹੀ ਨਹੀਂ ਹੈ ਇਸ ਤਰ੍ਹਾਂ ਡਰਨਾ। ਉਹਨਾਂ ਨੂੰ ਫਿਰ ਕਿੱਦਾਂ ਹੈਂਡਲ ਕੀਤਾ ਜਾਵੇ ਜਿਹੜੇ ਲੋਕ ਤੁਹਾਨੂੰ ਇਹ ਅਹਿਸਾਸ ਕਰਾ ਦਿੰਦੇ ਕਿ ਤੁਸੀਂ ਕੁਛ ਗਲਤ ਕਰ ਰਹੇ ਹੋ ਪ੍ਰੀਕਾਸ਼ਨ ਲੈ ਕੇ? ਗੱਲ ਹੈ ਜੀ, ਪਹਿਲੀਆਂ ਦੇ ਵਿੱਚ ਕੋਈ ਮੂੰਹ ਬੰਨ ਲੈਂਦਾ ਸੀਗਾ ਨਾ, 6 ਮਹੀਨੇ ਪਹਿਲਾਂ ਉਹਨੂੰ ਢਾਠੀ ਵੀ ਕਹਿੰਦੇ ਆ, ਕੁਛ ਏਰੀਏ 'ਚ ਠਾਠੀ ਵੀ ਕਹਿੰਦੇ ਆ। ਹਾਲਾਂਕਿ ਉਹ ਦਾੜੀ ਮੁੱਛਾਂ ਦੇ ਲਈ ਹੁੰਦੀ ਸੀ, ਉਹਦੇ ਵਿੱਚ ਕੋਈ ਹੋਰ ਤਾਂ ਬਚਾਅ ਹੈ ਨਹੀਂ ਸੀ ਉਹਦਾ। ਅਗਲੇ ਨੇ ਸੈੱਟ ਕਰ ਲਿਆ, ਜੇ ਕਿਤੇ ਦਿਨੇ ਤੁਰਿਆ ਜਾਣਾ ਤਾਂ ਉਹਨੂੰ ਲੋਕਾਂ ਨੇ ਗਾਲਾਂ ਕੱਢਣੀਆਂ, ਹੈ ਨਾ ਵੀ ਇਹ ਸਾਡੀ ਕਮਿਊਨਿਟੀ ਦੀ ਬੇਇੱਜ਼ਤੀ ਕਰਾਉਂਦਾ ਜੀ। ਹੁਣ ਹਰ ਇੱਕ ਨੇ ਮੂੰਹ ਬੰਨਿਆ, ਬਿਲਕੁਲ, ਹੈ ਨਾ। ਹੁਣ ਜਾਣੀ ਕਿ ਉਹ ਜਿਹੜੀ ਚੀਜ਼ ਤੋਂ ਨਫ਼ਰਤ ਸੀਗੀ, ਹੁਣ ਉਹ ਚਾਹੇ ਅਗਲਾ ਵੀ ਮੁੜ ਕੇ ਦੂਜਾ ਵੀ ਜਿਹਨੂੰ ਕਹਿੰਦੇ ਵੀ ਇਹ ਵੀ ਖਰੇ ਮੂੰਹ ਬੰਨੀ ਜਾਂਦਾ, ਸ਼ਾਇਦ ਉਹ ਵੀ ਆਪਣੀ ਦਾੜੀ ਸੈੱਟ ਕਰਦਾ ਹੋਵੇ, ਪਰ ਹੁਣ ਇਹ ਆ ਵੀ ਉਹ ਪ੍ਰਵਾਨਿਤ ਹੋ ਗਿਆ ਜੀ ਵੀ ਇਹ ਯਾਰ ਇਹਨੇ ਮੂੰਹ ਬੰਨਿਆ, ਚਾਹੇ ਇਹਨੇ ਪਰਨੇ ਨਾਲ ਹੀ ਬੰਨਿਆ, ਚਾਹੇ ਕੱਪੜੇ ਨਾਲ ਹੀ ਬੰਨਿਆ, ਵੀ ਇਹ ਬਹੁਤ ਸੇਫ ਆ, ਹੈ ਨਾ ਜੀ। ਪਰ ਦੂਜੇ ਪਾਸੇ ਇਹ ਆ ਵੀ ਮੇਰੇ ਨਾਲ ਖੁਦ ਹੋਈ, ਮੈਂ ਕਿਸੇ ਸਟੋਰ 'ਚ ਗਿਆ ਸੀ, ਮਾਸਕ ਪਾਇਆ ਅਤੇ ਉੱਥੇ ਜਿਹੜੀ ਵੀ ਚੀਜ਼ ਲੈਣੀ ਸੀ ਕੋਈ ਉਹ ਦੇਖਦਾ ਫਿਰਾਂ, ਤਾਂ ਮੇਰਾ ਹੀ ਫਰੈਂਡ ਉੱਥੇ ਟੱਕਰ ਪਿਆ, ਤਾਂ ਦੇਖ ਕੇ ਉਹੋ ਹੀ ਗੱਲ ਹੋਈ, ਕੀ ਯਾਰ ਕਹਿੰਦਾ ਤੈਨੂੰ ਵੀ, ਕਹਿੰਦਾ ਉਹੋ ਹੀ ਡਰ ਪੈ ਗਿਆ। ਉਹ ਬੰਦੇ ਨੂੰ ਲੱਗਣ ਲੱਗ ਜਾਂਦਾ ਤਾਂ ਮੈਂ ਹੀ ਗਲਤ ਕੀਤਾ ਕੁਛ, ਉਹ ਲਾ ਇਹਨੂੰ, ਕਹਿੰਦਾ ਕੀ ਫੜੀ ਜਾਂਦਾ। ਮੇਰਾ ਉੱਥੇ ਮਾਸਕ ਲਾ ਕੇ ਹਟਿਆ ਆਪ, ਕਿਉਂਕਿ ਉਹ ਆਪ ਨਹੀਂ ਸੀ ਪਾਇਆ। ਉਹ ਜਾਣੀ ਇਹ ਵੀ ਇੱਕ ਪ੍ਰਵਿਰਤੀ ਹੈਗੀ ਆ ਵੀ ਦੂਜੇ ਨੂੰ ਥੱਲੇ ਨੀਵਾਂ ਦਿਖਾਉਣਾ, ਵੀ ਯਾਰ ਤੂੰ ਆਹ ਕੀ ਕਰੀ ਫਿਰਦਾ, ਇੰਨਾ ਡਰ ਗਿਆ ਤੂੰ। ਫਿਰ ਹਾਲਾਂਕਿ ਡਰ ਦੇ ਵਿੱਚ ਹੀ ਬਚਾਅ ਆ ਆਪਣਾ ਜੀ, ਬਿਲਕੁਲ। ਇੱਦਾਂ ਵੀ ਹੋ ਜਾਂਦੀ ਕਈ ਵਾਰੀ।
ਦੋੜਾ ਸਾਹਿਬ, ਆਖਰ 'ਚ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਵੀ ਕੀ ਹੱਲ ਹੋ ਸਕਦਾ ਇਹਦਾ? ਹੁਣ ਜਿਹੜੇ ਕੇਸ ਵਧ ਰਹੇ, ਸਰਕਾਰ ਤਾਂ ਆਪਣਾ ਕੰਮ ਕਰ ਰਹੀ ਆ, ਆਪਾਂ ਕੋਈ ਲੋਕਾਂ ਨੂੰ ਉਪਦੇਸ਼ ਜਾਂ ਉਹ ਕੋਈ ਕਿਸਮ ਦਾ ਆਪਾਂ ਨਹੀਂ ਦੇ ਰਹੇ, ਉਹ ਨਹੀਂ ਮਤਲਬ ਆਪਣਾ ਅਸੀਂ ਸਾਰੇ ਹੀ ਕੀ ਕਰੀਏ? ਉਪਦੇਸ਼ ਦੇਣ ਜੋਗੇ ਕਿੱਥੇ ਆ ਜੀ? ਮੈਂ ਘਰੋਂ ਤੁਰਨ ਲੱਗਾ ਸੀ ਤਾਂ ਵਾਈਫ ਕਹਿੰਦੀ ਵੀ ਕੀ ਕਮਲ ਜਿਹਾ ਕੁੱਟਣ ਤੁਰ ਪੈਂਦੇ ਤੁਸੀਂ। ਮੈਂ ਕਿਹਾ ਕਾਹਦਾ? ਕਹਿੰਦੇ ਵੀ ਤੁਹਾਡੀ ਕਿਹੜਾ ਕਿਸੇ ਨੇ ਗੱਲ ਸੁਣਨੀ ਆ। ਮੈਂ ਕਿਹਾ ਅਸੀਂ ਅਸਲ 'ਚ ਆਪਣੇ ਆਪ ਨੂੰ ਯਾਦ ਕਰਾਉਣੇ ਇੱਕ ਦੂਜੇ ਨੂੰ, ਲੋਕ ਉਹੀ ਗੱਲ ਕਰਦੇ ਆ। ਕੁੱਟਦੇ ਤਾਂ ਕਮਲ ਹੀ ਹੋਵਾਂਗੇ, ਪਰ ਤੁਹਾਨੂੰ ਘਰਦਿਆਂ ਨੂੰ ਤਾਂ ਕਮਲਾ ਹੀ ਬੰਦਾ ਲੱਗਦਾ ਹੁੰਦਾ। ਪਰ ਬਾਹਰ ਜੇ ਕਿਤੇ ਇੱਕ ਦੋ ਨੂੰ ਵੀ ਕਿਸੇ ਨੂੰ ਫਰਕ ਪੈ ਗਿਆ ਇਹੋ ਸੁਣ ਕੇ, ਅਗਲਾ ਕਹੂ ਯਾਰ ਵੀ ਛੱਡੋ ਪਰੇ, ਵੀ ਪਾਉਂਦੇ ਆ ਜੀ, ਆਪਣਾ ਬਚਾਅ ਕਰੀਏ, ਤੇ ਸਾਡੇ ਲਈ ਉਹੀ ਬਹੁਤ ਆ ਨਾ। ਬਿਲਕੁਲ। ਹੁਣ ਗੱਲ ਇਹ ਆ ਵੀ ਮਾਸਕ ਤਾਂ ਜਿੱਥੇ ਵੀ ਆ, ਚਾਹੇ ਗੱਡੀ ਦੇ ਵਿੱਚ ਤਾਂ ਚਲੋ ਇਹ ਵੀ ਨਹੀਂ ਗਾ ਵੀ ਉਹ ਕੁਛ ਕਮਿਊਨਿਟੀਆਂ ਦੇ ਲੋਕ ਇੱਦਾਂ ਦੇ ਆ ਵੀ ਗੱਡੀ ਦੇ ਵਿੱਚ ਵੀ ਪਾ ਕੇ ਬੈਠੇ ਹੁੰਦੇ ਇਕੱਲੇ ਹੀ ਜੀ, ਵੀ ਜਦੋਂ 5-4 ਜਣੇ ਬੈਠੇ ਫੇਰ ਤਾਂ ਪਾਉਣਾ ਹੀ ਆ, ਪਰ ਡਿਸਟੈਂਸ ਰੱਖੋ ਜਿੰਨਾ ਰੱਖ ਹੁੰਦਾ ਆ। ਬਾਕੀ ਹੱਥ ਕਲੀਨ ਕਰੋ ਜਿੱਦਾਂ ਗੌਰਮੈਂਟ ਕਹਿੰਦੀ ਆ ਜਾਂ ਆਪਣੇ ਹੈਲਥ ਵਾਲੇ ਕਹਿੰਦੇ ਆ, ਉਹ ਤੇ ਜਿੰਨਾ ਵੀ ਬਚਾਅ ਕਰ ਹੁੰਦਾ ਆ ਉਹ ਚੀਜ਼ਾਂ ਦੇ ਆਪਣੇ ਆਪ ਨੂੰ ਸੁਰੱਖਿਅਤ ਕਰੋ, ਤਾਂ ਹੀ ਬਚਾਅ ਆ। ਜੇ ਅਸੀਂ ਇਹ ਕਹਾਂਗੇ ਵੀ ਕੋਈ ਗੱਲ ਨਹੀਂ ਯਾਰ, 5 ਹੁਣ 6 ਬੰਦੇ ਕੀਤੇ ਹੋਵੇ ਘਰ 'ਚ, ਕੋਈ ਇਹਨੇ ਨਾ ਸੱਦੋ ਤਾਂ ਨਾ ਜਾਓ, ਤਾਂ ਹੁਣ ਕਿਹੜਾ ਮੈਨੂੰ ਦੇਖਦਾ ਵੀ ਚੱਲ ਅੱਜ ਬਰਥਡੇ ਆ ਵੀ ਕਿਸੇ ਦਾ, ਆਪਣੇ ਸੋਨੂ ਮੋਨੂ ਦਾ ਉਹ ਮਨਾ ਲਈਏ, ਜਾਂ ਕਿਤੇ ਆਪਣੇ ਐਨਵਰਸਰੀ ਆ ਤਾਂ ਹੋਰ ਆ ਕਿਤੇ ਨਾ ਕਿਤੇ, ਚੱਲ ਉੱਦਾਂ ਹੀ ਰਿਸ਼ਤੇਦਾਰ ਆ ਜਾਂਦੇ ਆ ਵੀ ਤਾਂ ਇੰਨੇ ਦਿਨ ਹੋ ਗਏ ਹੈ ਨਾ ਜੀ, ਵੀ ਚੱਲ ਤੂੰ ਨਹੀਂ ਆਉਣਾ ਤਾਂ ਅਸੀਂ ਆ ਜਾਂਦੇ ਆ। ਵੀ ਉਹਦੇ ਵਿੱਚ ਸ਼ਰਮ ਸੰਗ ਵਾਲੀ ਕੋਈ ਗੱਲ ਨਹੀਂ, ਅਗਲੇ ਨੂੰ ਮੂੰਹ 'ਤੇ ਹੀ ਕਹਿ ਲਓ, ਅਤੇ ਉਹ ਅਗਲੇ ਨੂੰ ਵੀ ਕਹਿ ਦਿਓ ਵੀ ਗੁੱਸਾ ਨਾ ਕਰੀ, ਵੀ ਆਹ ਜਿਹੜੇ ਦਿਨ ਆ ਹੁਣ ਆਹ ਟਾਈਮ ਚੱਲ ਰਿਹਾ ਇਹ ਔਖੇ ਸੌਖੇ ਆਪਾਂ ਰਲ ਮਿਲ ਕੇ ਕੱਢ ਲਈਏ, ਤੁਸੀਂ ਸਾਡੀ ਮੰਨੋ ਅਸੀਂ ਤੁਹਾਡੀ ਮੰਨਦੇ ਹਾਂ, ਗੁੱਸਾ ਨਾ ਕਰੋ ਕਿਸੇ ਦਾ ਵੀ। ਬਿਲਕੁਲ ਜੀ। ਦੁਰਾ ਸਾਹਿਬ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਜੀ, ਤੁਸੀਂ ਸਮਾਂ ਕੱਢਿਆ ਔਰ ਸਾਡੇ ਨਾਲ ਗੱਲਬਾਤ ਕੀਤੀ, ਮਿਹਰਬਾਨੀ। ਥੈਂਕ ਯੂ ਸਾਰਿਆਂ ਨੂੰ, ਅਤੇ ਚੈਨਲ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੋਸਤੋ, ਅੱਜ ਅਸੀਂ ਗੱਲਬਾਤ ਕੀਤੀ, ਅਸਲ ਦੇ ਵਿੱਚ ਗੱਲਬਾਤ ਕੋਈ ਉਹ ਨਹੀਂ ਹੈ ਕਿ ਸਲਾਹ ਜਾਂ ਕੋਈ ਉਪਦੇਸ਼ ਆ, ਅਸੀਂ ਸਿਰਫ ਤੁਹਾਨੂੰ ਆਪਣੇ ਆਪ ਨੂੰ ਇਹ ਯਾਦ ਕਰਵਾਉਣ ਲਈ ਗੱਲਬਾਤ ਕਰ ਰਹੇ ਹਾਂ ਕਿ ਆਪਾਂ ਸਾਰੇ ਹੀ ਖਿਆਲ ਰੱਖ ਰਹੇ ਹਾਂ, ਡਰੇ ਹਾਂ, ਆਪਾਂ ਬਹੁਤ ਡਰੇ ਹਾਂ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਸਾਨੂੰ ਸਾਰਿਆਂ ਨੂੰ ਆਪਣੀ ਅਤੇ ਆਪਣੇ ਘਰਦਿਆਂ ਦੀ, ਆਪਣੇ ਪਿਆਰਿਆਂ ਦੀ ਜਾਨ ਦੀ ਪਰਵਾਹ ਆ, ਪਰ ਫਿਰ ਵੀ ਇਹਦੇ ਬਾਵਜੂਦ ਕਿਤੇ ਨਾ ਕਿਤੇ ਗਲਤੀ ਹੋ ਜਾਂਦੀ ਆ, ਉਹ ਗਲਤੀ ਨਾ ਕਰੀਏ। ਕਿਤੇ ਨਾ ਕਿਤੇ ਸਟੋਰ ਜਾਣ ਲੱਗੇ ਥੋੜ੍ਹਾ ਜਿਹਾ ਘਟਾ ਲਈਏ, ਜਿੰਨਾ ਕੁ ਜ਼ਰੂਰੀ ਆ ਉੱਥੇ ਜਾਈਏ, ਜਿੰਨਾ ਕੁ ਆਪਣੇ ਆਪ ਨੂੰ ਰੋਕ ਸਕਦੇ ਹਾਂ ਵੱਧ ਤੋਂ ਵੱਧ ਮਾਸਕ ਪਾ ਕੇ ਰੱਖੀਏ। ਮਾਸਕ ਨਾਲ ਕਾਫੀ ਬਚਾਅ ਹੁੰਦਾ, ਦੂਜਿਆਂ ਦਾ ਬਚਾਅ ਕਰ ਸਕਦੇ ਹਾਂ। ਥੋੜ੍ਹਾ ਜਿਹਾ ਹੋਰ ਪ੍ਰੈਕਟੀਕਲ ਆਪਾਂ ਹੋ ਜਾਈਏ ਤਾਂ ਇਸ ਔਖੇ ਸਮੇਂ ਦੇ ਵਿੱਚੋਂ ਲੰਘ ਸਕਦੇ ਹਾਂ। ਇਹ ਬਿਨਾਂ ਸ਼ੱਕ ਔਖਾ ਸਮਾਂ ਆ, ਬਹੁਤ ਔਖਾ ਸਮਾਂ ਆ। ਦੁਨੀਆ 'ਤੇ ਸਮਾਂ ਪਹਿਲਾਂ ਕਦੇ ਨਹੀਂ ਆਇਆ, ਕਿਸੇ ਨੇ ਵੀ ਅੱਜ ਦੇ ਇਸ ਮਾਡਰਨ ਯੁੱਗ ਦੇ ਵਿੱਚ ਇਹ ਸੋਚਿਆ ਨਹੀਂ ਸੀ ਕਿ ਅੱਜ ਜਦੋਂ ਸਾਇੰਸ ਇੰਨੀ ਤਰੱਕੀ ਕਰ ਗਈ ਆ, ਉਸ ਵੇਲੇ ਵੀ ਇੱਦਾਂ ਦਾ ਸਮਾਂ ਆ ਸਕਦਾ। ਪਰ ਇਹ ਸਮਾਂ ਤੁਹਾਡੇ ਸਾਹਮਣੇ ਆ, ਇਹ ਹਨੇਰੀ ਆ, ਇਹਦੇ ਬਹੁਤ ਨੁਕਸਾਨ ਕਰਨਾ ਜਿੰਨਾ ਕਿ, ਪਰ ਇਹ ਵੀ ਗੱਲ ਪੱਕੀ ਆ, ਹਨੇਰੀ ਬਹੁਤਾ ਲੰਬਾ ਸਮਾਂ ਨਹੀਂ ਰਹਿੰਦੀ ਹੁੰਦੀ, ਇਹਨੇ ਹਵਾ ਨੇ ਫਿਰ ਹੌਲੀ ਹੌਲੀ ਰੋਕਣ ਲੱਗ ਜਾਣਾ, ਜ਼ਿੰਦਗੀ ਆਪਣੀ ਤੋਰੇ ਤੁਰਨ ਲੱਗ ਜਾਣੀ ਆ। ਪਰ ਜਿੰਨਾ ਚਿਰ ਹਨੇਰੀ ਹੈ, ਤੂਫਾਨ ਹੈਗਾ, ਉਹਦੇ ਵਿੱਚ ਜਿੰਨਾ ਕੁ ਆਪਣਾ ਬਚਾਅ ਕਰ ਸਕਦੇ ਹਾਂ ਅਤੇ ਆਪਣੇ ਨੇੜਦਿਆਂ ਦਾ, ਆਪਣੇ ਪਿਆਰਿਆਂ ਦਾ ਉਨਾ ਕੁ ਅਸੀਂ ਜ਼ਰੂਰ ਕਰੀਏ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਇੱਕ ਵਿਸ਼ੇ ਨਾਲ, ਇੱਕ ਨਵੀਂ ਸ਼ਖਸੀਅਤ ਦੇ ਨਾਲ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।